ਸ਼ੇਰੇ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋ। ਅੱਜ ਦੇ ਇਸ ਸ਼ੋਅ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਕਹਿੰਦੀ ਹਾਂ। ਅੱਜ ਪਹਿਲੇ ਹਿੱਸੇ ਦੇ ਵਿੱਚ ਜਿਹੜੀ ਗੱਲਬਾਤ ਕਰਨੀ ਬੜੀ ਮਹੱਤਵਪੂਰਨ ਗੱਲਬਾਤ ਹੈ। ਡਾਕਟਰ ਗੁਰਸ਼ਰਨਜੀਤ ਸਿੰਘ ਮੇਰੇ ਨਾਲ ਐਡਮਿੰਟਨ ਤੋਂ ਸ਼ਾਮਿਲ ਹੋਣਗੇ। ਉਹਨਾਂ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਲੀਜੀਅਸ ਸਟੱਡੀਜ਼ ਦੇ ਹੈੱਡ ਰਹੇ ਨੇ, ਇੱਕ ਧਰਮ ਸ਼ਾਸਤਰੀ ਨੇ, ਇੱਕ ਚਿੰਤਕ ਨੇ। ਅਤੇ ਤਕਰੀਬਨ 1.5 ਕੁ ਮਹੀਨਾ ਪਹਿਲਾਂ ਨਵੰਬਰ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਕਿ ਧਰਮ ਦੇ ਮੁੱਦੇ ਨੂੰ ਇੰਨਾ ਸੰਵੇਦਨਸ਼ੀਲ ਕਿਉਂ ਮੰਨਿਆ ਜਾਂਦਾ ਹੈ। ਅੱਜ ਧਰਮ ਦੇ ਹੀ ਇੱਕ ਹੋਰ ਐਂਗਲ ਬਾਰੇ ਆਪਾਂ ਗੱਲ ਕਰਨੀ ਹੈ। ਡਾਕਟਰ ਗੁਰਸ਼ਰਨਜੀਤ ਸਿੰਘ ਉਹਨਾਂ ਦੇ ਨਾਲ ਗੱਲ ਸ਼ੁਰੂ ਕਰਨੀ ਹੈ। ਤੁਹਾਨੂੰ ਸ਼ਾਇਦ ਯਾਦ ਹੋਊਗਾ, ਮੈਂ ਥੋੜ੍ਹਾ ਜਿਹਾ ਰੀਕੈਪ ਕਰਨਾ ਚਾਹੁੰਦੀ ਹਾਂ ਕਿ ਜਿਸ ਵੇਲੇ ਉਹ ਪਿਛਲੀ ਵਾਰੀ ਆਏ ਸੀ, ਉਹਨਾਂ ਨੂੰ ਇਹ ਸਵਾਲ ਖਾਸ ਕਰਕੇ ਮੈਂ ਪੁੱਛਣ ਲਈ ਬੁਲਾਇਆ ਸੀ ਕਿ ਧਰਮ ਦੇ ਮੁੱਦੇ ਨੂੰ ਇੰਨਾ ਸੰਵੇਦਨਸ਼ੀਲ ਕਿਉਂ ਸਮਝਿਆ ਜਾਂਦਾ ਕਿ ਸਾਨੂੰ ਹਰ ਕੋਈ ਬੰਦਾ ਇਹੀ ਹਦਾਇਤ ਕਰ ਦਿੰਦਾ ਕਿ ਨਹੀਂ, ਇਹਦੇ ਬਾਰੇ ਗੱਲ ਨਾ ਹੀ ਕਰੋ ਤਾਂ ਵਧੀਆ, ਧਾਰਮਿਕ ਭਾਵਨਾਵਾਂ ਬਹੁਤ ਛੇਤੀ ਭੜਕ ਜਾਂਦੀਆਂ ਨੇ। ਇਸੇ ਦੌਰਾਨ ਉਹਨਾਂ ਨੂੰ ਮੈਂ ਇਹ ਗੱਲ ਪੁੱਛੀ ਸੀ ਕਿ ਧਰਮ ਕੀ ਹੈ, ਕਿਉਂਕਿ ਉਹਨਾਂ ਨੇ ਵੱਖ-ਵੱਖ ਧਰਮਾਂ ਦੀ ਸਟੱਡੀ ਕੀਤੀ ਹੈ, ਪਰ ਉਹ ਸਾਇੰਸ ਦੇ ਵਿਦਿਆਰਥੀ ਰਹੇ ਨੇ, ਇਸ ਕਰਕੇ ਉਹ ਧਰਮ ਨੂੰ ਸਾਇੰਟੀਫਿਕ ਵੇ ਦੇ ਨਾਲ ਦੇਖਦੇ ਨੇ। ਉਹਨਾਂ ਨੇ ਕਿਹਾ ਸੀ ਧਰਮ ਬਾਰੇ ਜਿਹੜੀ ਗੱਲ ਕਹੀ ਸੀ, ਕਹਿੰਦੇ ਕਿ ਅਸਲ ਦੇ ਵਿੱਚ ਬਹੁਤਾ ਜ਼ਿਆਦਾ ਕੋਈ ਲੰਬੀ ਚੌੜੀ ਇਹ ਗੱਲ ਨਹੀਂ ਹੈਗੀ। ਧਰਮ ਇੱਕ ਕੁਝ ਵਿਸ਼ਵਾਸ ਨੇ, ਸਾਡੇ ਰਸਮਾਂ ਰਿਵਾਜ ਨੇ, ਜਿਨ੍ਹਾਂ ਪ੍ਰਤੀ ਪ੍ਰਤੀਬੱਧਤਾ ਦਾ ਲਖਾਇਕ ਹੈ। ਕਹਿੰਦੇ ਸਾਰੇ ਧਰਮਾਂ ਦੇ ਵਿੱਚ ਸਾਂਝੀ ਚੀਜ਼ ਕੀ ਹੈਗੀ ਹੈ ਕਿ ਇੱਕ ਸੁਪਰੀਮ ਰਿਐਲਿਟੀ ਮੰਨੀ ਜਾਂਦੀ ਹੈ ਅਤੇ ਉਹਨੂੰ ਮੰਨਦੇ ਹਾਂ। ਅਤੇ ਜਿਹੜੇ ਸਾਡੇ ਰਸਮਾਂ ਰਿਵਾਜ ਹੁੰਦੇ ਆ ਉਹ ਵਿਸ਼ਵਾਸਾਂ ਦੀ ਦ੍ਰਿੜਤਾ ਨੂੰ ਪ੍ਰਗਟਾਉਣ ਦਾ ਹੀ ਇੱਕ ਜ਼ਰੀਆ ਹੁੰਦੇ ਨੇ। ਇਸੇ ਦੌਰਾਨ ਮੈਂ ਕੁਝ ਹੋਰ ਗੱਲਾਂ ਧਰਮ ਬਾਰੇ ਜਦੋਂ ਆਪਾਂ ਅਕਸਰ ਓਬਜ਼ਰਵ ਕਰਦੇ ਹਾਂ, ਐਕਸਪੀਰੀਅੰਸ ਕਰਦੇ ਹਾਂ, ਸਵਾਲ ਮਨ ਦੇ ਵਿੱਚ ਪੈਦਾ ਹੁੰਦੇ ਆ, ਪਰ ਸਵਾਲ ਉਹਨਾਂ ਲੋਕਾਂ ਨੂੰ ਪੁੱਛੇ ਜਾ ਸਕਦੇ ਹੁੰਦੇ ਆ ਜਿਹੜੇ ਡੂੰਘਾਈ ਦੇ ਵਿੱਚ ਸਟੱਡੀ ਕਰ ਚੁੱਕੇ ਹੁੰਦੇ ਆ ਜਾਂ ਕਰ ਰਹੇ ਹੁੰਦੇ ਆ। ਅੱਜ ਸ਼ਾਮਿਲ ਕਰਨਾ ਡਾਕਟਰ ਗੁਰਸ਼ਰਨਜੀਤ ਸਿੰਘ ਨੂੰ ਇਸ ਵਿਸ਼ੇ 'ਤੇ ਕਿ ਧਰਮ ਅਤੇ ਕੱਟੜਤਾ ਦਾ ਇੱਕ ਇਹੋ ਜਿਹਾ ਸੰਬੰਧ ਹੈ। ਬਹੁਤ ਸਾਰੇ ਲੋਕ ਆ ਜਿਹੜੇ ਆਪਣੇ ਆਪ ਨੂੰ ਧਾਰਮਿਕ ਹੋਣ ਦਾ ਦਾਅਵਾ ਕਰਦੇ ਨੇ, ਪਰ ਉਹ ਇਹ ਵੀ ਉਮੀਦ ਕਰਦੇ ਆ ਕਿ ਦੂਸਰੇ ਲੋਕ ਵੀ ਉਸੇ ਤਰੀਕੇ ਦੇ ਨਾਲ ਚੱਲਣ, ਜਾਂ ਉਹ ਧਰਮ ਨੂੰ ਦੂਜਿਆਂ ਉੱਤੇ ਥੋਪਣ ਦੀ ਕੋਸ਼ਿਸ਼ ਕਰਦੇ ਆ। ਖੁਸ਼ੀ ਰਾਮ ਜੀ ਸਾਡੇ ਬਹੁਤ ਵਧੀਆ ਪੁਰਾਣੇ ਲਿਸਨਰ ਨੇ, ਸਾਡੇ ਬਹੁਤ ਸਤਿਕਾਰਯੋਗ ਨੇ। ਪਿਛਲੇ ਦਿਨੀਂ ਉਹਨਾਂ ਦੇ ਨਾਲ ਵੀ ਆਪਣੀ ਗੱਲਬਾਤ ਹੋਈ। ਕਿਤਾਬ ਉਹਨਾਂ ਦੀ ਜਿਹੜੀ ਆਈ ਸੀ ਉਹਦਾ ਵੀ ਮੈਂ ਜ਼ਿਕਰ ਕੀਤਾ। ਇੱਕ ਸਵੈ ਜੀਵਨੀ ਵਰਗੀ ਹੀ ਉਹਨਾਂ ਦੀ ਕਿਤਾਬ ਹੈ। ਉਹਦੇ ਵਿੱਚ ਇੱਕ ਥਾਂ ਦੇ ਉੱਤੇ ਉਹਨਾਂ ਨੇ ਇੱਕ ਅਮਰੀਕਨ ਨਾਸਤਿਕ ਬੁਲਾਰੇ ਅਤੇ ਲੇਖਕ ਰੋਬਰਟ ਇੰਗਰਸੋਲ ਦਾ ਜ਼ਿਕਰ ਕੀਤਾ। ਉਹ ਕੀ ਲਿਖਦਾ? ਕਹਿੰਦਾ, ਮੈਂ ਆਜ਼ਾਦ ਹੋ ਗਿਆ ਹਾਂ, ਸਿੱਧਾ ਖੜ੍ਹਾ ਹੋ ਗਿਆ ਹਾਂ ਅਤੇ ਬਿਨਾਂ ਕਿਸੇ ਡਰ ਤੋਂ ਇਸ ਦੁਨੀਆ ਦਾ ਖੁਸ਼ੀ-ਖੁਸ਼ੀ ਸਾਹਮਣਾ ਕਰਨ ਜੋਗਾ ਹੋ ਗਿਆ ਹਾਂ। ਇਹ ਉਹਨਾਂ ਨੇ ਕੋਟ ਲਿਖਿਆ ਹੈ ਰੋਬਰਟ ਇੰਗਰਸੋਲ ਦਾ, ਜਿਹੜਾ ਇੱਕ ਨਾਸਤਿਕ ਬੁਲਾਰਾ ਸੀ, ਕਿ ਜਦੋਂ ਉਹਨੇ ਧਰਮ ਤੋਂ ਮੁਕਤੀ ਪ੍ਰਾਪਤ ਕਰ ਲਈ, ਧਰਮ ਦੇ ਜ਼ਰੀਏ ਕਿਸੇ ਹੋਰ ਚੀਜ਼ ਤੋਂ ਮੁਕਤੀ ਪ੍ਰਾਪਤ ਨਹੀਂ ਕੀਤੀ, ਪਰ ਧਰਮ ਤੋਂ ਹੀ ਮੁਕਤੀ ਪ੍ਰਾਪਤ ਕਰ ਲਈ। ਉਸ ਤੋਂ ਬਾਅਦ ਉਹਦਾ ਕੋਟ ਸੀ, ਮੈਂ ਆਜ਼ਾਦ ਹੋ ਗਿਆ ਹਾਂ, ਸਿੱਧਾ ਖੜ੍ਹਾ ਹਾਂ ਅਤੇ ਬਿਨਾਂ ਕਿਸੇ ਡਰ ਤੋਂ ਇਸ ਦੁਨੀਆ ਦਾ ਖੁਸ਼ੀ-ਖੁਸ਼ੀ ਸਾਹਮਣਾ ਕਰਨ ਜੋਗਾ ਹੋ ਗਿਆ ਹਾਂ। ਅਤੇ ਕਿਤਾਬ ਕਹਿੰਦੇ ਖਤਮ ਹੁੰਦੀ ਹੈ। ਅੱਜ ਇਹੀ ਸਮਝਣ ਦੀ ਕੋਸ਼ਿਸ਼ ਕਰਨੀ ਆ ਕਿ ਠੀਕ ਹੈ, ਤੁਸੀਂ ਧਾਰਮਿਕ ਹੋ, ਪਰ ਜਦੋਂ ਤੁਸੀਂ ਬਾਕੀ ਲੋਕਾਂ ਕੋਲੋਂ ਇਹ ਆਸ ਕਰਦੇ ਹੋ ਕਿ ਉਹਨਾਂ ਨੂੰ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਅਤੇ ਉਹਨਾਂ ਦੇ ਉੱਤੇ ਕੁਝ ਗੱਲਾਂ ਥੋਪਣ ਦੀ ਕੋਸ਼ਿਸ਼ ਕਰਦੇ ਹੋ, ਕੀ ਇਹ ਧਰਮ ਸਾਨੂੰ ਸੱਚੀ ਮੁੱਚੀ ਸਿਖਾਉਂਦਾ ਹੈ? ਡਾਕਟਰ ਗੁਰਸ਼ਰਨਜੀਤ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਨਵਜੋਤ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਅਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੁਰਸ਼ਰਨਜੀਤ ਜੀ, ਜਦੋਂ ਆਪਾਂ ਪਿਛਲੀ ਵਾਰੀ ਗੱਲਬਾਤ ਕੀਤੀ ਸੀ ਧਰਮ ਦੇ ਸਿਲਸਿਲੇ 'ਚ, ਜਿਹੜੀ ਤੁਸੀਂ ਗੱਲ ਕੀਤੀ ਸੀ, ਮੈਂ ਥੋੜ੍ਹਾ ਜਿਹਾ ਰੀਕੈਪ ਕਰਨ ਦੀ ਉਹ ਕੋਸ਼ਿਸ਼ ਕੀਤੀ ਹੈ। ਤੁਸੀਂ ਕੋਈ ਐਡ ਕਰਨਾ ਚਾਹੁੰਦੇ ਉਹਦੇ ਵਿੱਚ? ਨਹੀਂ, ਠੀਕ ਹੈ, ਅੱਜ ਦੀ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ। ਜ਼ਰੂਰ। ਸੋ ਧਰਮ ਦੇ ਸਿਲਸਿਲੇ ਦੇ ਵਿੱਚ ਅਸੀਂ ਬਹੁਤ ਵਾਰੀ ਇਹ ਚੀਜ਼ਾਂ ਐਕਸਪੀਰੀਅੰਸ ਕਰਦੇ ਹਾਂ। ਇਹ ਸਿਰਫ ਇਸ ਤਰ੍ਹਾਂ ਨਹੀਂ ਲੱਗਦਾ ਕਿ ਇਹ ਨਾਸਤਿਕਤਾ ਜਾਂ ਆਸਤਿਕਤਾ ਦਾ ਹੀ ਮਸਲਾ ਹੈ। ਕੁਝ ਲੋਕ ਕਹਿੰਦੇ ਆ ਕਿ ਅਸੀਂ ਰੱਬ ਦੀ ਹੋਂਦ ਦੇ ਵਿੱਚ ਵਿਸ਼ਵਾਸ ਕਰਦੇ ਹਾਂ, ਕੁਝ ਲੋਕ ਕਹਿੰਦੇ ਨਹੀਂ ਕਰਦੇ। ਅਤੇ ਜਿਹੜੇ ਲੋਕ ਵਿਸ਼ਵਾਸ ਕਰਦੇ ਆ ਉਹਨਾਂ ਦੇ ਵਿੱਚੋਂ ਕਈ ਕੈਟੇਗਰੀਜ਼ ਹੁਣ ਬਣੀਆਂ ਹੋਈਆਂ। ਕੋਈ ਆਪਣੇ ਆਪ ਨੂੰ ਸਪਿਰਿਚੁਅਲ ਕਹਿੰਦਾ, ਕੋਈ ਧਾਰਮਿਕ ਕਹਿੰਦਾ, ਅਤੇ ਕੋਈ ਕਹਿੰਦਾ ਕਿ ਨਹੀਂ, ਮੈਂ ਆਪਣੇ ਆਪ ਦੇ ਵਿੱਚ ਹਾਂ, ਮੇਰਾ ਵਿਸ਼ਵਾਸ ਹੈ, ਮੇਰੀ ਆਸਥਾ ਹੈ। ਇਸ ਤਰ੍ਹਾਂ ਬੜੀਆਂ ਕੈਟੇਗਰੀਜ਼ ਬਣੀਆਂ ਹੋਈਆਂ।
ਪਰ ਸਭ ਤੋਂ ਵੱਡਾ ਸਵਾਲ ਜਿਹੜਾ ਅਸੀਂ ਰੋਜ਼ ਸੁਸਾਇਟੀ ਦੇ ਵਿੱਚ ਵਿਚਰਦੇ ਦੇਖਦੇ ਹਾਂ, ਚਾਹੇ ਤੁਹਾਡਾ ਆਪਣਾ ਉਹ ਪਰਿਵਾਰ ਹੈ ਜਾਂ ਤੁਹਾਡੇ ਹੋਰ ਜਾਣ ਪਛਾਣ ਦੇ ਲੋਕ ਨੇ, ਆਲੇ ਦੁਆਲੇ ਤੁਹਾਡੇ ਲੋਕ ਨੇ, ਉਹ ਇਸ ਗੱਲ ਦੀ ਆਸ ਜ਼ਰੂਰ ਕਰਦੇ ਆ ਕਿ ਜੋ ਧਾਰਮਿਕ ਰਵਾਇਤਾਂ ਨੇ ਜਾਂ ਜਿਸ ਤਰੀਕੇ ਦੇ ਨਾਲ ਉਹ ਧਰਮ ਨੂੰ ਦੇਖਦੇ ਆ, ਤੁਸੀਂ ਵੀ ਧਰਮ ਨੂੰ ਉਸੇ ਤਰੀਕੇ ਦੇ ਨਾਲ ਦੇਖੋ। ਇਹਨੂੰ ਤੁਸੀਂ ਕੀ ਕਹੋਗੇ? ਇਹ ਵਰਤਾਰਾ ਕੀ ਹੈ? ਨਵਜੋਤ ਜੀ, ਇਹ ਸਵਾਲ ਜਿਹੜਾ ਤੁਹਾਡਾ ਬੜਾ ਇੰਪੋਰਟੈਂਟ ਹੈ ਔਰ ਮੈਨੂੰ ਲੱਗਦਾ ਕਿ ਇਹ ਬਹੁਤ ਟਾਈਮ ਦੀ ਵੀ ਮੰਗ ਕਰਦਾ ਹੈ। ਇਹਨੂੰ ਜੇ ਆਪਾਂ ਸਾਰਾ ਡਿਟੇਲ 'ਚ ਵੇਖਣਾ ਹੋਵੇ, ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਥੋੜ੍ਹੇ ਸ਼ਬਦਾਂ 'ਚ ਗੱਲ ਜਿਹੜੀ ਹੈ ਤੁਹਾਡੇ ਸਾਹਮਣੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਜਾਵੇ ਜੀ। ਮੈਂ ਥੋੜ੍ਹਾ ਜਿਹਾ ਧਰਮ ਦੇ ਬਾਰੇ ਪਹਿਲਾਂ ਦੱਸ ਦੇਵਾਂ ਕਿ ਧਰਮ ਇੱਕ ਨਾ ਕੰਟਰੋਲਿੰਗ ਟੂਲ ਹੈਗਾ ਹੈ। ਕੰਟਰੋਲਿੰਗ ਟੂਲ ਦਾ ਮਤਲਬ ਹੈ ਕਿ ਰਾਜ ਸੱਤਾ ਵੀ ਜਿਹੜੀ ਹੈ ਇਹਦੇ ਰਾਹੀਂ ਲੋਕਾਂ ਨੂੰ ਕੰਟਰੋਲ ਕਰਦੀ ਹੈ ਔਰ ਪੇਰੈਂਟਸ ਵੀ ਬੱਚਿਆਂ ਨੂੰ ਇਹ ਟੂਲ ਦੇ ਰਾਹੀਂ ਕੰਟਰੋਲ ਕਰਦੇ ਹੈ। ਇਸ ਤਰੀਕੇ ਨਾਲ ਇਹ ਇੱਕ ਬੜਾ ਵੱਡਾ ਕੰਟਰੋਲਿੰਗ ਟੂਲ ਹੈ। ਤੇ ਜੇ ਅਸੀਂ ਥੋੜ੍ਹੀ ਜਿਹੀ ਹਿਸਟਰੀ ਨੂੰ ਮੈਂ ਟੱਚ ਜ਼ਰੂਰ ਕਰਨਾ ਚਾਹਾਂਗਾ ਤਾਂ ਗੱਲ ਥੋੜ੍ਹੀ ਜਿਹੜੀ ਹੈ ਨਾ ਸਮਝ ਆਏਗੀ। ਹਾਂਜੀ। ਤੇ ਮੋਟੀ ਮੋਟੀ ਜੇ ਅਸੀਂ ਗੱਲ ਕਰੀਏ, ਗ੍ਰੀਕ, ਚਾਈਨਾ, ਇੰਡੀਆ ਜਾਂ ਰੋਮਨ, ਇਹ ਸਿਵਲਾਈਜੇਸ਼ਨ ਜਿਹੜੀਆਂ ਨੇ ਇਹਨਾਂ ਦੇ ਵਿੱਚ ਪ੍ਰਾਚੀਨ ਸਮੇਂ ਤੋਂ ਹੀ ਦੋ ਧਿਰਾਂ ਜਿਹੜੀਆਂ ਨੇ ਸਾਨੂੰ ਵੇਖਣ ਨੂੰ ਮਿਲਦੀਆਂ। ਇੱਕ ਜਿਨ੍ਹਾਂ ਨੂੰ ਅਸੀਂ ਆਰਥੋਡਾਕਸ ਆਸਤਕ ਕਹਿ ਦਿੰਦੇ ਹਾਂ, ਜਿਹੜੇ ਕਿਸੇ ਦੈਵੀ ਸ਼ਕਤੀ ਦੇ ਵਿੱਚ ਯਕੀਨ ਕਰਦੇ ਨੇ, ਤੇ ਇੱਕ ਉਹ ਧਿਰ ਹੈ ਜਿਹੜੀ ਮਤਲਬ ਇਹਨਾਂ ਚੀਜ਼ਾਂ ਤੋਂ ਮਤਲਬ ਆਪਣੇ ਆਪ ਤੋਂ ਇਨਕਾਰੀ ਹੈ ਕਿ ਕੋਈ ਦੇਵੀ ਦੇਵਤਾ ਹੁੰਦਾ ਹੈ ਜਾਂ ਕੋਈ ਪਰਲੋਕ ਵਰਗੀ ਚੀਜ਼ ਹੁੰਦੀ ਹੈ। ਇਹਨੂੰ ਅਸੀਂ ਸਿੰਪਲ ਭਾਸ਼ਾ 'ਚ ਨਾਸਤਿਕਤਾ ਕਹਿ ਦਿੰਦੇ ਹਾਂ। ਹਾਂਜੀ। ਜੇ ਮੈਂ ਮੋਟੀ ਜੀ ਗੱਲ ਕਰਾਂ, ਜਿਹੜੇ ਗ੍ਰੀਕ ਫਿਲਾਸਫਰਸ ਨੇ ਉਹਨਾਂ ਦੇ ਵਿੱਚੋਂ ਇੱਕ ਐਪੀਕਿਊਰਸ ਸੀਗਾ। ਉਹਨੇ ਵੇਖੋ ਲਗਭਗ 2300 ਸਾਲ ਪਹਿਲਾਂ ਇਹ ਕਹਿ ਦਿੱਤਾ ਸੀ ਕਿ ਕੁਦਰਤ ਦੇ ਨਿਯਮ ਜਿਹੜੇ ਨੇ ਨਾ, ਉਹਨਾਂ ਕਰਕੇ ਹੀ ਸ੍ਰਿਸ਼ਟੀ ਚੱਲ ਰਹੀ ਹੈ। ਕੋਈ ਦੇਵੀ ਦੇਵਤੇ ਜਿਹੜੇ ਨੇ ਇਹਦੇ 'ਚ ਕੋਈ ਮਤਲਬ ਆਪਣਾ ਰੋਲ ਨਹੀਂ ਨਿਭਾ ਰਹੇ। ਹਾਲਾਂਕਿ ਉਹਨੇ ਦੇਵੀ ਦੇਵਤਿਆਂ ਨੂੰ ਸਪਸ਼ਟ ਰੂਪ ਵਿੱਚ ਰੱਦ ਨਹੀਂ ਸੀ ਕੀਤਾ, ਪਰ ਉਹ ਕਹਿੰਦਾ ਸੀ ਕਿ ਦੇਵੀ ਦੇਵਤੇ ਜੇ ਕਿਤੇ ਹੈ ਵੀ ਨੇ ਤੇ ਇਹਨਾਂ ਦੀ ਕੋਈ ਮਤਲਬ ਇੰਪੋਰਟੈਂਸ ਨਹੀਂ ਹੈ। ਇਸੇ ਤਰੀਕੇ ਨਾਲ ਇੱਕ ਹੋਰ ਫਿਲਾਸਫਰ, ਗ੍ਰੀਕ ਫਿਲਾਸਫਰ ਹੈ, ਬੜਾ ਇੰਪੋਰਟੈਂਟ ਪੁਰਾਣੇ ਸਮੇਂ ਦਾ, ਯੂਹੈਮਰਸ। ਯੂਹੈਮਰਸ ਕਹਿੰਦਾ ਸੀ ਕਿ ਇਹ ਅਸਲ 'ਚ ਜਿਹੜੇ ਦੇਵੀ ਦੇਵਤੇ ਮੰਨੇ ਜਾ ਰਹੇ ਨੇ ਨਾ 2300 ਸਾਲ ਪਹਿਲਾਂ, ਉਹ ਗ੍ਰੀਸ ਦੀ ਗੱਲ ਕਰ ਰਿਹਾ ਕਿ ਇਹ ਅਸਲ 'ਚ ਕਿਤੇ ਪੁਰਾਣੇ ਸਮਿਆਂ ਦੇ ਰਾਜੇ ਮਹਾਰਾਜੇ ਸਨ ਕਿ ਜਿਨ੍ਹਾਂ ਨੂੰ ਜਿਹੜਾ ਇੱਕ ਦੇਵਤਿਆਂ ਵਾਂਗੂ ਉਹਨਾਂ ਦੀ ਪੂਜਾ ਸ਼ੁਰੂ ਹੋ ਗਈ। ਅੱਛਾ। ਇਹ ਗੁਰਬਾਣੀ 'ਚ ਵੀ ਗੱਲ ਆਈ ਹੈ ਕਿ ਜੁਗਾਂ ਜੁਗਾਂ ਕੇ ਰਾਜੇ ਕੀਏ ਗਾਵੇ ਕਰ ਅਵਤਾਰੀ, ਕਿ ਜਿਹੜੇ ਕਿਸੇ ਟਾਈਮ ਤੇ ਬੜੇ ਪਾਵਰਫੁਲ ਰਾਜੇ ਸੀ ਨਾ, ਤੇ ਬਾਣੀ ਵੀ ਕਹਿੰਦੀ ਕਿ ਉਹਨਾਂ ਨੂੰ ਦੁਨੀਆ ਨੇ ਭਗਵਾਨ ਸਮਝ ਕੇ ਜਿਹੜਾ ਉਹ ਪੂਜਣਾ ਸ਼ੁਰੂ ਕਰਤਾ। ਜੇ ਇਨ ਬਰੀਫ ਮੈਂ ਦੱਸਾਂ ਕਿ ਧਰਮ ਦਾ ਜਿਵੇਂ ਵਿਕਾਸ ਹੋਇਆ ਨਾ, ਕੁਦਰਤ ਦੀ ਪੂਜਾ ਤੋਂ ਸ਼ੁਰੂ ਹੋਇਆ ਧਰਮ ਦਾ ਵਿਕਾਸ, ਤੇ ਬਾਅਦ 'ਚ ਐਨੀਮਿਜ਼ਮ ਆ ਗਿਆ, ਰੂਹ ਪੂਜਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਰੂਹਾਂ ਦੀ ਪੂਜਾ। ਫਿਰ ਉਸ ਤੋਂ ਅਗਲਾ ਜਿਹੜਾ ਸਟੇਜ ਆਈ ਆ ਉਹ ਨਾਇਕ ਪੂਜਾ ਹੈ। ਨਾਇਕ ਪੂਜਾ ਹੀਰੋ ਵਰਸ਼ਿਪ ਦੇ ਵਿੱਚ ਰਾਜੇ ਮਹਾਰਾਜੇ ਜਾਂ ਭਲਵਾਨ ਲੋਕ ਜਿਹੜੇ ਹੁੰਦੇ ਸੀ, ਸ਼ਕਤੀਸ਼ਾਲੀ ਯੋਧੇ ਹੁੰਦੇ ਸੀ ਜਿਹੜੇ, ਉਹਨਾਂ ਦੀ ਪੂਜਾ ਸ਼ੁਰੂ ਹੋ ਗਈ। ਓਕੇ। ਤੇ ਉਸ ਤੋਂ ਅਗਲਾ ਸਟੈਪ ਆ ਗਿਆ ਕਿ ਫਿਰ ਦੇਵਤਿਆਂ ਦੀ ਜਿਹੜੀ ਹੈ ਨਾ ਗੱਲ ਆ ਗਈ। ਜਿਹੜਾ ਰੱਬ ਹੈ ਨਾ, ਰੱਬ, ਇਹਦੀ ਉਮਰ 5000 ਸਾਲ ਤੋਂ ਪੁਰਾਣੀ ਨਹੀਂ ਹੈਗੀ। 5000 ਸਾਲ ਪਹਿਲਾਂ ਰੱਬ ਨਾਂ ਦਾ ਕੋਈ ਪ੍ਰਾਣੀ ਦੁਨੀਆ ਦੇ ਵਿੱਚ ਨਹੀਂ ਸੀ ਜਾਣਿਆ ਜਾਂਦਾ। ਇਹ ਮੋਨੋਥੀਜ਼ਮ ਜਦੋਂ ਆਇਆ ਹੈ, ਜਿਹੜੇ ਹਿਸਟੋਰੀਕਲ ਰਿਲੀਜਨ ਨੇ ਉਹਨਾਂ ਦੇ ਕਰਕੇ ਰੱਬ ਦਾ ਕਨਸੈਪਟ ਆਇਆ, ਔਰ ਇਹ ਬਹੁਤ ਪੁਰਾਣਾ ਨਹੀਂ ਹੈ। ਇਹ ਸਿਰਫ ਸਮਝ ਲਓ ਕਿ 5000 ਸਾਲ, ਜੇ ਵੱਧ ਤੋਂ ਵੱਧ ਵੀ ਰੱਬ ਦੀ ਉਮਰ ਅਸੀਂ ਮਿਥਣੀ ਹੋਵੇ ਤੇ 5000 ਸਾਲ ਪੁਰਾਣਾ ਹੈ ਰੱਬ। ਇਸ ਤੋਂ ਪਹਿਲਾਂ ਦੇਵੀ ਦੇਵਤੇ ਸਨ, ਔਰ ਹਰ ਜਿਵੇਂ ਗ੍ਰੀਸ ਵਾਲਿਆਂ ਦੇ ਅਲੱਗ ਸਨ, ਇਜਿਪਟੀਅਨ ਦੇ ਅਲੱਗ ਸਨ, ਚਾਈਨਾ ਵਾਲਿਆਂ ਦੇ ਅਲੱਗ ਸਨ, ਇੰਡੀਆ ਵਾਲਿਆਂ ਦੇ ਅਲੱਗ ਸਨ। ਪਰ ਪੈਰਲਲ ਇਹਨਾਂ ਦੇ ਬਿਲਕੁਲ ਸਾਈਮਲਟੇਨੀਅਸਲੀ ਇਹ ਨਹੀਂ ਕਿ ਸਾਰੇ ਲੋਕ ਉਸ ਵੇਲੇ ਇਹਨਾਂ ਦੇਵੀ ਦੇਵਤਿਆਂ ਨੂੰ ਮੰਨਦੇ ਸੀ। ਬਹੁਤ ਸਾਰੇ ਲੋਕ, ਜਿਵੇਂ ਮੈਂ 2 ਉਦਾਹਰਨਾਂ ਦਿੱਤੀਆਂ ਨੇ, ਅਜਿਹੇ ਫਿਲਾਸਫਰ ਹਰ
ਕਮਿਊਨਿਟੀ ਦੇ ਵਿੱਚ, ਹਰ ਦੇਸ਼ ਦੇ ਵਿੱਚ, ਹਰ ਸੱਭਿਅਤਾ ਦੇ ਵਿੱਚ ਹੋਏ ਨੇ ਜਿਹੜੇ ਇਹਨਾਂ ਨੂੰ ਨਹੀਂ ਸੀ ਮੰਨਦੇ। ਜਿਵੇਂ ਆਪਾਂ ਜੇ ਇੰਡੀਆ ਦੀ ਗੱਲ ਮੋਟੀ ਜੀ ਕਰੀਏ ਤਾਂ ਇੱਥੇ ਚਾਰਵਾਕ ਨਾਂ ਦਾ ਇੱਕ ਮਹਾਤਮਾ ਹੋਇਆ ਇੰਡੀਆ ਦੇ ਵਿੱਚ। ਕੀ ਨਾਮ ਦੱਸਿਆ? ਚਾਰਵਾਕ। ਚਾਰਵਾਕ ਜਿਹੜਾ ਸੀ ਉਹ ਕਹਿੰਦਾ ਸੀ ਕਿ ਖਾਓ ਪੀਓ ਤੇ ਐਸ਼ ਕਰੋ, ਬਸ ਇਹੀ ਜ਼ਿੰਦਗੀ ਹੈ, ਕੋਈ ਰੱਬ ਰੁੱਬ ਨਹੀਂ ਹੈਗਾ, ਕੋਈ ਪਰਲੋਕ ਨਹੀਂ, ਕੋਈ ਪਾਪ ਪੁੰਨ ਨਹੀਂ ਹੈਗਾ। ਇਹ ਇੰਨਾ ਨਾਸਤਿਕ ਬੰਦਾ ਸੀਗਾ। ਅੱਛਾ। ਔਰ ਬਹੁਤੇ ਲੋਕਾਂ ਨੂੰ, ਤੁਹਾਨੂੰ ਨਹੀਂ ਪਤਾ ਹੋਏਗਾ ਜਿਹੜੇ ਸੁਣ ਰਹੇ ਨੇ, ਕਿ ਬੁੱਧ ਧਰਮ ਤੇ ਜਿਹੜਾ ਜੈਨ ਧਰਮ ਹੈ ਇਹ ਅਸਲ ਵਿੱਚ ਨਾਸਤਿਕ ਧਰਮ ਨੇ। ਇਹਨਾਂ 'ਚ ਰੱਬ ਦੀ ਕੋਈ ਗੱਲ ਨਹੀਂ ਹੁੰਦੀ। ਧਰਮ ਨੇ, ਪਰੰਤੂ ਇਹਨਾਂ ਦੇ ਵਿੱਚ ਰੱਬ ਦੀ ਕੋਈ ਗੱਲ ਨਹੀਂ। ਇਸੇ ਤਰੀਕੇ ਨਾਲ ਚਾਈਨਾ ਦੇ ਵਿੱਚ ਤਾਓਇਜ਼ਮ ਤੇ ਕਨਫਿਊਸ਼ਨਿਜ਼ਮ ਦੇ ਧਰਮ ਨੇ, ਤੇ ਉਹਨਾਂ ਦੇ ਵਿੱਚ ਵੀ ਰੱਬ ਨਾਂ ਦੇ ਕਿਸੇ ਮਤਲਬ ਦੇਵੀ ਦੇਵਤੇ ਨੂੰ ਨਹੀਂ ਮੰਨਿਆ ਗਿਆ ਜੀ। ਤੋ ਇਹ ਮਤਲਬ ਪੈਰਲਲ ਚੱਲਦੇ ਰਹੇ ਨੇ, ਇੱਕ ਪਾਸੇ ਆਸਤਿਕ, ਇੱਕ ਪਾਸੇ ਨਾਸਤਿਕ। ਔਰ ਕਦੀ ਇਹਨਾਂ ਦੇ ਵਿੱਚ, ਇਤਿਹਾਸਕ ਤੌਰ ਤੇ ਮੈਂ ਗੱਲ ਕਰ ਰਿਹਾ ਕਿ ਜੇ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਕਦੀ ਵਾਦ ਵਿਵਾਦ ਮਤਲਬ ਇਸ ਹੱਦ ਤੱਕ ਨਹੀਂ ਗਿਆ ਕਿ ਲੋਕੀ ਮਤਲਬ ਇੱਕ ਦੂਜੇ ਨਾਲ ਨਫ਼ਰਤ ਕਰਨ ਲੱਗ ਜਾਣ ਜਾਂ ਝਗੜੇ ਹੋਣ ਲੱਗ ਜਾਣ ਇਸ ਮੁੱਦੇ ਦੇ ਉੱਤੇ। ਲੋਕੀ ਟੋਲਰੇਟ ਕਰਦੇ ਸੀਗੇ ਜੀ। ਸਭ ਤੋਂ ਪਹਿਲਾਂ ਜਿਹੜੇ ਰੋਮਨ ਨੇ ਨਾ, ਇਹਨਾਂ ਨੇ ਇਨਟੋਲਰੈਂਸ ਧਰਮ ਦੇ ਮਾਮਲੇ 'ਚ ਜਿਹੜੀ ਹੈ ਉਹ ਸ਼ੋਅ ਕੀਤੀ ਹੈ। ਰੋਮਨ ਜਦੋਂ ਇੱਧਰ ਆਏ ਨੇ ਇਸਰਾਈਲ ਵਾਲੇ ਪਾਸੇ, ਤਾਂ ਇਹਨਾਂ ਨੇ ਉਹਨਾਂ ਦਾ ਮੰਦਿਰ ਵੀ ਢਾਤਾ ਯਹੂਦੀਆਂ ਦਾ, ਔਰ ਉਹਨਾਂ ਨੂੰ ਜ਼ਬਰਦਸਤੀ ਮਜਬੂਰ ਕਰਦੇ ਸੀਗੇ ਕਿ ਤੁਸੀਂ ਸਾਡੇ ਦੇਵੀ ਦੇਵਤਿਆਂ ਨੂੰ ਮੰਨੋ। ਔਰ ਜਿਹੜੇ ਨਹੀਂ ਸੀ ਮੰਨਦੇ ਉਹਨਾਂ ਤੋਂ ਇਹ ਕਾਫੀ ਤੰਗ ਪਰੇਸ਼ਾਨ ਕਰਦੇ ਸੀ। ਔਰ ਮੈਂ ਥੋੜਾ ਛੇਤੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਕਿ ਛੇਤੀ ਨਾਲ ਨਿਬੇੜਨਾ ਮੈਂ। ਤੇ ਇਹੀ ਰੋਮਨ ਜਿਹੜੇ ਨੇ ਨਾ ਬਾਅਦ ਵਿੱਚ ਜਦੋਂ ਈਸਾਈ ਬਣ ਗਏ ਨੇ ਜੀ, ਤਾਂ ਮੀਡੀਵਲ ਏਜ ਦੇ ਵਿੱਚ ਇਹਨਾਂ ਨੇ ਨਾਸਤਕਾਂ, ਜਿਹੜੇ ਨਾਸਤਕ ਲੋਕ ਸਨ ਨਾ, ਉਹਨਾਂ ਦਾ ਦਮਨ ਕੀਤਾ ਬੜੀ ਬੁਰੀ ਤਰ੍ਹਾਂ। ਮਤਲਬ ਕ੍ਰਿਸਚਨ, ਇਹਨਾਂ ਨੇ ਕ੍ਰਿਸਚੈਨਿਟੀ ਨੂੰ ਅਪਣਾ ਲਿਆ ਰੋਮਨਾਂ ਨੇ ਜੀ। ਤੇ ਇਹਨਾਂ ਨੇ ਫਿਰ ਜਿਹੜੇ ਇਹਨਾਂ ਦੇ ਆਏ ਨੇ, ਕੀ ਉਹਨਾਂ ਨੂੰ ਕਹਿੰਦੇ ਨੇ, ਧਰਮ ਯੁੱਧ ਜਿਹੜੇ ਹੋਏ ਨੇ ਇਹਨਾਂ ਦੇ, ਉਹ ਜਿਹੜੇ ਨੇ ਉਹਨਾਂ ਦੇ ਵਿੱਚ ਜਿੱਥੇ ਕਾਫਰਾਂ ਨੂੰ ਮਾਰਦੇ ਸੀ, ਉੱਥੇ ਨਾਸਤਕਾਂ ਨੂੰ ਹੀ ਇਹਨਾਂ ਨੇ ਬੜੀ ਬੁਰੀ ਤਰ੍ਹਾਂ ਕੁਚਲਿਆ। ਔਰ ਫਿਰ ਸਾਨੂੰ ਪਤਾ ਇਸਲਾਮ ਦਾ ਜਿਹੜਾ ਆਗਾਜ਼ ਹੈ ਉਹ 7ਵੀਂ ਸਦੀ ਦੇ ਵਿੱਚ ਹੋ ਜਾਂਦਾ ਹੈ, ਤੇ ਇਸਲਾਮ ਬੜੀ ਸ਼ਕਤੀ ਦੇ ਨਾਲ ਜਿਹੜਾ ਉਹਨੇ ਆਪਣਾ ਅਸਰ ਵਿਖਾਇਆ ਸੀ। ਇਹਨਾਂ ਦੇ ਕੋਲ ਬੜੀ ਪਾਵਰ ਇੱਕਦਮ ਆ ਗਈ। ਤਾਂ ਇਹਨਾਂ ਨੇ ਵੀ ਜਿਹੜਾ ਉਸ ਵੇਲੇ ਜਿਹੜੇ ਕਾਫਰ, ਜਿਨ੍ਹਾਂ ਨੂੰ ਇਹ ਕਹਿੰਦੇ ਸੀ ਨਾ ਨਾਸਤਕ ਜਾਂ ਕਾਫਰ, ਉਹਨਾਂ ਨੂੰ ਜਿਹੜੀ ਹੈ ਬਹੁਤ ਬੁਰੀ ਤਰ੍ਹਾਂ ਪਨਿਸ਼ ਕੀਤਾ। ਅੱਛਾ। ਤੇ ਇਹਨਾਂ ਦਾ ਜਿਹੜਾ ਲਿਟਰੇਚਰ ਸੀ, ਬਹੁਤ ਸਾਰਾ ਲਿਟਰੇਚਰ ਨਾਸਤਕਾਂ ਨੇ ਵੀ ਲਿਖਿਆ ਸੀ। ਇਹ ਸਾਰਾ ਲਿਟਰੇਚਰ ਉਸ ਵੇਲੇ ਇਹਨਾਂ ਨੇ ਡਿਸਟਰੋਏ ਕਰ ਦਿੱਤਾ ਜੀ। ਜਿਵੇਂ ਚਾਰਵਾਕ ਦੀ ਮੈਂ ਗੱਲ ਕੀਤੀ ਹੈ, ਜਾਂ ਐਪੀਕਿਊਰਸ ਹੈਗਾ, ਇਹਨਾਂ ਦਾ ਲਿਟਰੇਚਰ ਪੂਰੀ ਤਰ੍ਹਾਂ ਸਾਡੇ ਕੋਲ ਇਹਨਾਂ ਦੀ ਗੱਲਬਾਤ ਨਹੀਂ ਪਹੁੰਚ ਸਕੀ, ਕਿਉਂਕਿ ਇਹ ਸਾਰਾ ਡਿਸਟਰੋਏ ਕਰ ਦਿੱਤਾ ਸੀ ਇਹਨਾਂ ਦੇ ਹੁੰਦਿਆਂ। ਮਤਲਬ ਇਹਨਾਂ ਦੀ ਕੱਟੜਤਾ ਇੰਨੀ ਸੀਗੀ ਜੀ, ਇਹ ਕਿਸੇ ਹੋਰ ਨੂੰ ਟੋਲਰੇਟ ਨਹੀਂ ਸੀ ਕਰਦੇ। ਤੇ ਈਵਨ ਕਿ ਸਾਡੇ ਕੋਲ ਜੇ ਅਸੀਂ ਅੰਬੇਦਕਰ ਦਾ ਜਦੋਂ ਲਿਟਰੇਚਰ ਪੜ੍ਹਦੇ ਹਾਂ, ਡਾਕਟਰ ਅੰਬੇਦਕਰ, ਹਾਂ, ਉਹਨੇ ਤੇ ਇੱਥੋਂ ਤੱਕ ਵੀ ਕਿਹਾ ਕਿ ਬੋਧੀਆਂ ਦਾ ਲਿਟਰੇਚਰ ਵੀ ਸ਼ੁੱਧ ਰੂਪ ਵਿੱਚ ਹੁਣ ਸਾਨੂੰ ਅਵੇਲੇਬਲ ਨਹੀਂ ਹੈਗਾ। ਉਹਦੇ ਵਿੱਚ ਵੀ ਜਿਹੜਾ ਉਸ ਵੇਲੇ ਦੀ ਬਾਅਦ ਵਿੱਚ ਜਿਹੜੇ ਬ੍ਰਾਹਮਣਵਾਦ ਡੋਮੀਨੇਟ ਜਦੋਂ ਉਹ ਕਰਦੇ ਨੇ, ਤਾਂ ਉਹਨਾਂ ਨੇ ਉਹ ਲਿਟਰੇਚਰ ਵੀ ਜਿਹੜਾ ਨਾ ਬੋਧੀਆਂ ਦਾ ਤੇ ਜੈਨੀਆਂ ਦਾ, ਉਹਦੇ ਵਿੱਚ ਮਿਲਾਵਟ ਕਰ ਦਿੱਤੀ ਸੀ। ਤੋ ਇਹ ਜਿਹੜਾ ਸ਼ੁਰੂ ਤੋਂ ਹੀ ਮਤਲਬ ਇਸ ਟਾਈਮ ਤੇ, ਮੀਡੀਅਲ ਟਾਈਮ ਤੇ ਜਿਹੜਾ ਨਾ ਇਹ ਇੱਕ ਕਿਸਮ ਦਾ ਕੈਪੀਟਲ ਕ੍ਰਾਈਮ ਹੋ ਗਿਆ ਸੀ। ਜੇਕਰ ਕੋਈ ਬੰਦਾ ਨਾਸਤਕ ਹੁੰਦਾ ਸੀ ਨਾ ਜੀ, ਤਾਂ ਉਹਨੂੰ ਮੰਨਿਆ ਜਾਂਦਾ ਸੀ ਕਿ ਕੈਪੀਟਲ ਕ੍ਰਾਈਮ ਹੈ। ਔਰ ਕਾਫਰ ਇੱਕ ਨਵੀਂ ਟਰਮ ਹੈ। ਅੱਛਾ। ਕਾਫਰ ਉਹ ਸੀ ਜਿਹੜਾ ਇਹਨਾਂ ਦੇ ਰਿਲੀਜਨ ਨੂੰ ਨਹੀਂ ਸੀ ਮੰਨਦਾ। ਸੋ ਕਾਫਰ ਤੇ ਨਾਸਤਿਕ ਦੇ ਵਿੱਚ ਫਰਕ ਆ। ਹਾਂਜੀ। ਜਿਹੜਾ ਨਾਸਤਕ ਹੈ ਉਹ ਧਰਮ ਤੋਂ ਮੁਨਕਰ, ਧਰਮ ਜਾਂ ਮਤਲਬ ਰੱਬ ਤੋਂ ਮੁਨਕਰ ਹੈ। ਇੱਕ ਹੋਰ ਟਰਮ ਹੁੰਦੀ ਹੈ ਐਗਨੋਸਟਿਸਿਜ਼ਮ। ਹਾਂਜੀ। ਐਗਨੋਸਟਿਸਿਜ਼ਮ ਕੀ ਹੁੰਦਾ ਕਿ ਜਿਹਦੇ ਚ ਬੰਦਾ ਨਾ ਕਲੀਅਰ ਨਹੀਂ ਹੁੰਦਾ ਕਿ ਰੱਬ ਹੈਗਾ ਕਿ ਨਹੀਂ ਹੈਗਾ। ਓਕੇ। ਮਤਲਬ ਉਹ ਜਿਵੇਂ ਡਾਵਾਡੋਲ ਵਾਲੀ ਸਥਿਤੀ ਚ ਹੁੰਦਾ।
ਪਰ ਜਿਹੜਾ ਨਾਸਤਿਕ ਹੈ ਉਹ ਬੜਾ ਕਲੀਅਰ ਹੁੰਦਾ ਹੈ, ਉਹਨੂੰ ਸਮਝ ਆ ਗਈ ਹੁੰਦੀ ਹੈ ਕਿ ਕੋਈ ਅਜਿਹੀ ਸ਼ਕਤੀ ਨਹੀਂ ਹੁੰਦੀ ਜਿਹੜੀ ਕੰਟਰੋਲ ਕਰ ਰਹੀ ਹੈ ਵਰਲਡ ਨੂੰ, ਜਾਂ ਜਿਹਨੇ ਪੈਦਾ ਕੀਤਾ ਹੈ, ਜਾਂ ਜਿਹਨੇ ਮਰਨ ਤੋਂ ਬਾਅਦ ਸਾਡੇ ਕੋਲ ਹਿਸਾਬ ਕਿਤਾਬ ਲੈਣਾ, ਪਰਲੋਕ ਦੇ ਵਿੱਚ ਬੈਠਾ, ਕੋਈ 7ਵੇਂ ਅਸਮਾਨ ਤੇ ਬੈਠਾ, ਉਹ ਅਜਿਹੀ ਸ਼ਕਤੀ ਨੂੰ ਨਹੀਂ ਮੰਨਦਾ। ਪਰ ਜਿਹੜਾ ਕਾਫਰ ਹੈ, ਕਾਫਰ ਹਰ ਉਹ ਵਿਅਕਤੀ ਹੈ ਜਿਹੜਾ, ਫਾਰ ਐਗਜ਼ਾਮਪਲ ਮੈਂ ਸਿੱਖ ਹਾਂ ਤੇ ਮੇਰੇ ਲਈ ਹਰ ਉਹ ਬੰਦਾ ਕਾਫਰ ਜਿਹਨੂੰ ਗੁਰਮਤ ਦੀ ਭਾਸ਼ਾ ਦੇ ਵਿੱਚ ਮਨਮਤੀਆ ਕਿਹਾ ਗਿਆ। ਮਨਮਤੀਆ ਮਤਲਬ ਕਾਫਰ ਦਾ ਹੀ ਪੰਜਾਬੀ ਟਰਾਂਸਲੇਸ਼ਨ ਮਨਮਤੀ ਹੈ। ਤੋ ਇਹਨੂੰ ਮਤਲਬ ਹਰ ਧਰਮ ਦੇ ਵਿੱਚ ਜਿਹੜਾ ਦੂਜੇ ਧਰਮ ਨੂੰ ਮੰਨਣ ਵਾਲਾ ਉਹਦੀ ਬਹੁਤ ਨਿੰਦਾ ਕੀਤੀ ਗਈ ਹੈ, ਬਹੁਤ ਗਹਿਰੀ ਨਿੰਦਾ ਜਿਹਨੂੰ ਕਹਿੰਦੇ ਨਾ ਕੀਤੀ ਗਈ ਹੈ। ਉਹਨੂੰ ਵੀ ਕਾਫਰ ਹੀ ਮੰਨ ਲਿਆ ਜਾਂਦਾ ਜਿਹੜਾ ਦੂਜੇ ਧਰਮ ਨੂੰ ਮੰਨਣਾ ਸ਼ੁਰੂ ਕਰ ਦਿੰਦਾ ਆਪਣਾ ਧਰਮ ਛੱਡ ਕੇ, ਉਹ ਵੀ ਕਾਫਰ ਹੈ। ਡੈਫੀਨੇਸ਼ਨ ਹੀ ਕਾਫਰ ਦੀ ਇਹ ਹੈ, ਕੁਫਰ ਦੀ ਇਹ ਹੈ ਕਿ ਜਿਹੜਾ ਮੇਰੇ ਆਸਥਾ ਤੋਂ ਵਿਰੋਧੀ ਹੈ, ਜਿਹੜਾ ਮੇਰੇ ਧਰਮਾਂ ਦੇ ਨਿਯਮਾਂ ਨੂੰ ਜਾਂ ਵਿਸ਼ਵਾਸਾਂ ਨੂੰ ਨਹੀਂ ਮੰਨਦਾ, ਉਹ ਮੇਰੇ ਵਾਸਤੇ ਮਨਮਤੀਆ ਜਾਂ ਕਾਫਰ ਹੈ। ਔਰ ਕਾਫਰ ਦੀ ਮਤਲਬ ਈਵਨ ਕਿ ਕ੍ਰਿਸਚੈਨਿਟੀ ਵਿੱਚ, ਫਿਰ ਇਸਲਾਮ ਵਿੱਚ ਤੇ ਫਿਰ ਸਿੱਖੀਜ਼ਮ ਦੇ ਵਿੱਚ ਬਹੁਤ ਜ਼ਿਆਦਾ ਨਿੰਦਾ ਸਾਨੂੰ ਜਿਹੜੀ ਹੈ ਉਹ ਮਿਲਦੀ ਹੈ। ਤਾਂ ਮੈਂ ਇਹ ਬੈਕਗਰਾਉਂਡ ਦੱਸੀ ਹੈ ਤੁਹਾਨੂੰ ਕਿ ਇਹ ਜਿਹੜਾ ਧਰਮ ਦਾ ਵਰਤਾਰਾ ਸਾਰਾ, ਜਿਹੜਾ ਸਾਰਾ ਕਾਰੋਬਾਰ ਹੈ, ਉਹ ਇਸ ਤਰ੍ਹਾਂ ਦਾ ਸਾਡੇ ਸਾਹਮਣੇ ਨਿਕਲ ਕੇ ਆਉਂਦਾ ਹੈ। ਜੀ, ਮੈਂ ਸ਼ੁਰੂ ਦੇ ਵਿੱਚ ਮੈਂਸ਼ਨ ਕੀਤਾ ਖੁਸ਼ੀ ਰਾਮ ਜੀ ਦੀ ਕਿਤਾਬ ਦੇ ਵਿੱਚ ਉਹਨਾਂ ਨੇ ਬਲੇਜ਼ ਪਾਸਕਲ ਨਾਂ ਦੇ ਇੱਕ ਵਿਅਕਤੀ ਦਾ ਕੋਟ ਕੀਤਾ, ਮੈਂ ਉਹ ਜ਼ਰੂਰ ਸਾਂਝਾ ਕਰਨਾ ਚਾਹੁੰਦੀ। ਗੁਰਸ਼ਰਨਜੀਤ ਜੀ ਕਹਿੰਦੇ, ਮਨੁੱਖ ਕੋਈ ਵੀ ਬੁਰਾ ਕੰਮ ਇੰਨਾ ਸੰਪੂਰਨ ਰੂਪ ਵਿੱਚ ਪ੍ਰਸੰਚਿਤ ਹੋ ਕੇ ਨਹੀਂ ਕਰਦੇ ਜਿੰਨਾ ਉਹ ਕਿਸੇ ਧਾਰਮਿਕ ਵਿਸ਼ਵਾਸ ਤੋਂ ਪ੍ਰੇਰਿਤ ਹੋ ਕੇ ਕਰਦੇ ਨੇ। ਬਲੇਜ਼ ਪਾਸਕਲ ਦਾ ਇਹ ਕੋਟ ਉਹਨਾਂ ਨੇ ਪਾਇਆ ਕਿ ਮਨੁੱਖ ਕੋਈ ਵੀ ਬੁਰਾ ਕੰਮ ਇੰਨਾ ਸੰਪੂਰਨ ਰੂਪ ਵਿੱਚ ਪ੍ਰਸੰਨਚਿਤ ਹੋ ਕੇ ਨਹੀਂ ਕਰਦੇ ਜਿੰਨਾ ਉਹ ਕਿਸੇ ਧਾਰਮਿਕ ਵਿਸ਼ਵਾਸ ਤੋਂ ਪ੍ਰੇਰਿਤ ਹੋ ਕੇ ਕਰਦੇ ਨੇ। ਇਹ ਧਰਮ ਤੇ ਇਨਟੋਲਰੈਂਸ, ਥੋੜ੍ਹਾ ਜਿਹਾ ਜੇ ਇਹਦੇ ਬਾਰੇ ਟਿੱਪਣੀ ਕਰ ਸਕੋ ਕਿ ਇਹ ਕਿਹੋ ਜਿਹਾ ਮੇਲ ਹੈ ਜਾਂ ਸੁਮੇਲ ਹੈ? ਦੇਖੋ, ਬੜੀ ਇਹ ਹੈਰਾਨੀ ਦੀ ਗੱਲ ਹੈ ਤੇ ਬੜੀ ਦੁੱਖ ਦੀ ਗੱਲ ਹੈ ਕਿ ਜਦੋਂ ਅਸੀਂ ਕੇਵਲ ਗੁਰਬਾਣੀ ਦੀ ਗੱਲ ਕਰਦੇ ਹਾਂ, ਕੇਵਲ ਗੁਰਬਾਣੀ, ਉਹਦੇ 'ਚ ਟੋਲਰੇਸ਼ਨ ਹੈ। ਹੁਣ ਜੇ ਅਸੀਂ ਬਾਣੀ, ਮੈਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰਦਾ ਕਿ ਕਬੀਰ ਜੀ ਦੀ ਬਾਣੀ ਪੜ੍ਹੋ ਤਾਂ ਉਹਦੇ ਵਿੱਚ ਦੂਜੇ ਕਈ ਉਸ ਵੇਲੇ ਜਿਹੜੇ ਕਰਮ ਕਾਂਡ ਚੱਲਦੇ ਸੀ ਉਹਨਾਂ ਦੀ ਨਿਖੇਧੀ ਕੀਤੀ ਗਈ ਹੈ, ਉਹਨਾਂ ਦੇ ਉੱਤੇ ਹਾਸ ਵਿਅੰਗ ਵੀ ਲਾਇਆ ਗਿਆ। ਔਰ ਇਸੇ ਤਰੀਕੇ ਨਾਲ ਜੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੀਏ ਤਾਂ ਉਹਨਾਂ ਦੀਆਂ ਈਵਨ ਕਿ ਸਾਖੀਆਂ ਦੇ ਵਿੱਚ ਜਿਹੜਾ ਉਹ ਇਸ ਤਰ੍ਹਾਂ ਦੇ ਸਾਨੂੰ ਰੈਫਰੈਂਸ ਮਿਲਦੇ ਨੇ ਕਿ ਉਹ ਹਰ ਗੱਲ ਰੈਸ਼ਨਲੀ ਕਰਨੀ ਚਾਹੁੰਦੇ ਆ। ਤਾਂ ਉਸ ਵੇਲੇ ਅੱਜ ਵਰਗੀ ਸਾਇੰਸ ਤਾਂ ਨਹੀਂ ਸੀ, ਪਰ ਮਤਲਬ ਜੇ ਅਸੀਂ ਵੇਖਿਆ ਜਾਏ ਜਿੰਨਾ ਕੁ ਪੋਸੀਬਲ ਸੀ ਉਹ ਲੋਕ ਸਾਇੰਟੀਫਿਕ ਸੋਚ ਦੇ ਨਾਲ ਹੀ ਚੱਲਣ ਨੂੰ ਮਤਲਬ ਤਰਜੀਹ ਦੇ ਰਹੇ ਸੀ ਜਿੰਨੀ ਕੁ ਉਸ ਵੇਲੇ ਪੋਸੀਬਲ ਸੀ ਜੀ। ਤਾਂ ਉਹ ਟੋਲਰੇਟ ਕਰਦੇ ਸੀ ਇੱਕ ਦੂਜੇ ਨੂੰ। ਮੈਂ ਸਿੱਖੀਜ਼ਮ ਦੇ ਸਾਰੇ ਵਰਤਾਰੇ ਬਾਰੇ ਬੜਾ ਹੈਰਾਨ ਹੁੰਦਾ ਕਿ ਜਿਹੜਾ ਇੰਨਾ ਟੋਲਰੇਸ਼ਨ ਦੀ ਗੱਲ ਕਰਦਾ ਸੀ ਜਿਹੜਾ ਸਿੱਖ ਧਰਮ, ਉਹਦੇ 'ਚ ਵੀ ਕੱਟੜਤਾ ਜਿਹੜੀ ਹੈ ਉਹ ਆ ਗਈ। ਔਰ ਨਵਜੋਤ ਜੀ, ਮੈਂ ਹਿਸਟਰੀ ਦਾ ਵੀ ਸਟੂਡੈਂਟ ਹਾਂ ਔਰ ਧਰਮ ਦਾ ਵੀ ਸਟੂਡੈਂਟ ਹਾਂ। ਮੈਂ ਇਹ ਗੱਲ ਬੜੀ ਅਥਾਰਟੀ ਨਾਲ ਕਹਿ ਰਿਹਾ ਕਿ ਸਿੱਖੀਜ਼ਮ ਦੇ ਵਿੱਚ ਜਿੰਨੀ ਕੱਟੜਤਾ ਹੈ, ਇਹ ਸਿਰਫ ਤੁਸੀਂ ਵੱਧ ਤੋਂ ਵੱਧ ਕਹਿ ਸਕਦੇ ਹੋ 100-150 ਸਾਲ ਤੋਂ ਜ਼ਿਆਦਾ ਪੁਰਾਣੀ ਨਹੀਂ ਹੈ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ, ਤੁਸੀਂ ਹੈਰਾਨ ਹੋਵੋਗੇ ਕਿ ਸਾਡੇ ਬਹੁਤ ਸਾਰੇ ਜਿਹੜੇ ਸੰਪਰਦਾਵਾਂ ਸਨ, ਜਿਵੇਂ ਉਦਾਸੀ ਸੰਪਰਦਾ, ਨਿਰਮਲਿਆਂ ਦੀ ਸੰਪਰਦਾ, ਨਾਮਧਾਰੀ ਨੇ, ਨਿਰੰਕਾਰੀ ਨੇ, ਇਹਨਾਂ ਦੇ ਵਿੱਚ ਆਪਸੀ ਬਹੁਤ ਪਿਆਰ ਮੁਹੱਬਤ ਸੀਗਾ ਔਰ ਇਹ ਇੱਕ ਦੂਜੇ ਨੂੰ ਆਪਣਾ ਅੰਗ ਸਮਝਦੇ ਸੀ। ਪਰੰਤੂ ਜਦੋਂ ਸਿੰਘ ਸਭਾ ਮੂਵਮੈਂਟ ਦਾ ਆਗਾਜ਼ ਹੁੰਦਾ ਹੈ ਔਰ ਹਮ ਹਿੰਦੂ ਨਹੀਂ ਦਾ ਮਤਲਬ ਨਾਅਰਾ ਲੱਗਦਾ ਹੈ ਔਰ ਕਿਤਾਬ ਲਿਖੀ ਜਾਂਦੀ ਹੈ ਹਮ ਹਿੰਦੂ ਨਹੀਂ, ਉਸ ਤੋਂ ਬਾਅਦ ਅਸੀਂ ਮਤਲਬ ਇੰਨੀ ਕੱਟੜਤਾ ਵੱਲ ਇੱਕਦਮ ਵੱਧ ਗਏ ਕਿ ਉਦਾਸੀਆਂ ਨੂੰ ਤੇ ਨਿਰਮਲਿਆਂ ਨੂੰ, ਨਾਮਧਾਰੀਆਂ ਨੂੰ, ਨਿਰੰਕਾਰੀਆਂ ਨੂੰ ਅਸੀਂ ਇੱਕ ਇੱਕ ਕਰਕੇ ਅਸੀਂ ਆਪਣੇ ਤੋਂ ਦੂਰ ਕਰ ਦਿੱਤਾ।
ਔਰ ਇਹ ਕੱਟੜਤਾ ਕਿਤੇ ਰੁਕਣ ਦਾ ਨਾਮ ਨਹੀਂ ਲੈ ਰਹੀ। ਹੁਣ ਪਿਛਲੇ ਟਾਈਮ ਦੇ ਵਿੱਚ ਇਹ ਕੱਟੜਤਾ ਇੰਨੀ ਜ਼ਿਆਦਾ ਹੋ ਗਈ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਜੋ ਮੇਰੀ ਵਿਚਾਰਧਾਰਾ ਨਾ, ਬਸ ਉਹੀ ਵਿਚਾਰਧਾਰਾ ਦੂਜੇ ਦੀ ਹੋਣੀ ਚਾਹੀਦੀ ਹੈ, ਜਦੋਂ ਕਿ ਇਹ ਕਦੀ ਵੀ ਪੋਸੀਬਲ ਨਹੀਂ। ਅਸੀਂ ਇੱਕ ਪਰਿਵਾਰ ਦੇ ਵਿੱਚ ਜਦੋਂ ਰਹਿੰਦੇ ਹਾਂ ਤੇ ਅਸੀਂ ਸਾਰੇ ਪਰਿਵਾਰ ਦੇ ਮੈਂਬਰ ਇੱਕ ਹੁੰਦਿਆਂ ਹੋਇਆਂ ਵੀ ਇੱਕ ਤਰ੍ਹਾਂ ਨਹੀਂ ਸੋਚਦੇ। ਗੁਰਬਾਣੀ ਇਹ ਨਹੀਂ ਕਹਿ ਰਹੀ, ਗੁਰਬਾਣੀ ਇਹ ਨਹੀਂ ਕਹਿ ਰਹੀ। ਗੁਰਬਾਣੀ 'ਚ ਵੇਖੋ 35 ਮਹਾਂਪੁਰਸ਼ਾਂ ਦੀ ਬਾਣੀ ਹੈ, ਔਰ ਬਾਣੀ ਦੇ ਵਿੱਚ ਤੁਹਾਨੂੰ ਇਹ ਗੱਲ ਸੁਣ ਕੇ ਵੀ ਹੈਰਾਨੀ ਹੋਏਗੀ, ਆਪਣੇ ਸਬਜੈਕਟ ਨਾਲ ਵੀ ਰਿਲੇਟਡ ਹੈ। ਇੱਕ ਬਾਊ ਤੇਜਾ ਸਿੰਘ ਹੋਇਆ, ਜਿਨ੍ਹਾਂ ਨੂੰ ਭਸੌੜ ਵਾਲੇ ਕਹਿੰਦੇ ਆ, ਭਸੌੜੀਏ ਕਹਿੰਦੇ ਆ, ਉਹਨਾਂ ਨੂੰ ਇਹਨਾਂ ਨੇ ਅਕਾਲ ਤਖਤ ਨੇ ਛੇਕ ਦਿੱਤਾ ਸੀ। ਉਹ ਇੱਥੋਂ ਤੱਕ ਇਨਟੋਲਰੇਸ਼ਨ ਦੀ ਗੱਲ ਆਪਾਂ ਕਰਦੇ ਹਾਂ ਕਿ ਉਹ ਇੱਥੋਂ ਤੱਕ ਕਹਿੰਦਾ ਸੀ ਕਿ ਭਗਤ ਬਾਣੀ ਜਿਹੜੀ ਹੈ ਇਹਨੂੰ ਕੱਢ ਦੇਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਕਿਉਂ ਕੱਢ ਦੇਣਾ ਚਾਹੀਦਾ? ਹੁਣ ਮੈਂ ਤੁਹਾਨੂੰ ਲੱਗਾ ਦੱਸਣ ਕਿ ਇੰਨੇ ਕੱਟੜ ਲੋਕ ਹੋ ਗਏ। ਉਹ ਕਹਿੰਦਾ ਸੀ ਕਿ ਇਹਦੇ ਵਿੱਚੋਂ ਇਹਨਾਂ ਦੀ ਜਿਹੜੀ ਵਿਚਾਰਧਾਰਾ ਹੈਗੀ ਹੈ ਭਗਤਾਂ ਦੀ, ਇਹਦੇ ਵਿੱਚ ਹਿੰਦੂ ਵਿਚਾਰਧਾਰਾ ਆ ਗਈ ਹੈ। ਅੱਛਾ, ਕਿਉਂਕਿ ਉਹਨਾਂ ਦੇ ਕਬੀਰ, ਨਾਮਦੇਵ, ਤਰਲੋਚਨ, ਇਹ ਜਿਹੜੇ 15 ਭਗਤ ਨੇ, ਇਹਨਾਂ ਨੂੰ ਉਹ ਹਿੰਦੂ ਸਮਝ ਕੇ ਮਤਲਬ ਕਹਿ ਰਿਹਾ ਸੀ ਕਿ ਇਹਨੂੰ ਮਤਲਬ ਕੱਢ ਦੇਣਾ ਚਾਹੀਦਾ। ਔਰ ਇਸੇ ਤਰੀਕੇ ਨਾਲ ਮਤਲਬ ਬਹੁਤ ਕੱਟੜਤਾ ਜਿਹੜੀ ਹੈ ਉਹਨੇ ਹਿੰਦੂਆਂ ਪ੍ਰਤੀ ਜਿਹੜੀ ਹੈ ਨਫ਼ਰਤ ਜਿਹੜੀ ਫੈਲਾਈ, ਔਰ ਹਿੰਦੂਆਂ ਨੂੰ ਅਸੀਂ ਬਿਲਕੁਲ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਕਰਕੇ ਉਦਾਸੀ, ਨਿਰਮਲੇ, ਨਾਮਧਾਰੀ, ਨਿਰੰਕਾਰੀ ਸਾਡੇ ਤੋਂ ਪੰਥ ਤੋਂ ਇੱਕ ਕਿਸਮ ਦਾ ਉਹਨਾਂ ਨੇ ਕਿਨਾਰਾ ਕਰ ਲਿਆ। ਇਹਦੇ 'ਚ ਜੇ ਆਪਾਂ ਸਿੱਖੀ ਦੇ ਤੌਰ ਤੇ ਵੀ ਗੱਲ ਕਰੀਏ ਤੇ ਸਿੱਖੀ ਦਾ ਕੋਈ ਫਾਇਦਾ ਨਹੀਂ ਹੋਇਆ। ਇਹ ਕੱਟੜਤਾ ਜਿਹੜੀ ਆਈ ਹੈ, ਔਰ ਇਹ ਕੱਟੜਤਾ ਹੌਲੀ ਹੌਲੀ ਇੰਨੀ ਜ਼ਿਆਦਾ ਆ ਗਈ ਹੈ ਕਿ ਹੁਣ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਅੱਜ ਹੀ ਸਵੇਰੇ ਮੈਂ ਇੱਕ ਕਲਿੱਪ ਵੇਖਿਆ ਸੋਸ਼ਲ ਮੀਡੀਆ ਤੇ, ਕਿਸੇ ਨੇ ਮੈਨੂੰ ਭੇਜਿਆ ਕਿ ਰਾਹੁਲ ਗਾਂਧੀ ਆਪਣੀ ਇਹ ਜਿਹੜੀ ਯਾਤਰਾ ਉਹਨੇ ਸ਼ੁਰੂ ਕੀਤੀ ਹੈ, ਉਹਦੇ ਦਰਮਿਆਨ ਕਿਤੇ ਸ਼ਾਮ ਨੂੰ ਜਦੋਂ ਕਿਤੇ ਆਪਣਾ ਡਿਨਰ ਕਰ ਰਿਹਾ ਤਾਂ ਇੱਕ ਲੇਡੀ ਉਹਦੇ ਕੋਲ ਸਿਰਫ ਬੈਠੀ ਹੋਈ ਆ। ਤੁਸੀਂ ਦੇਖੋ 1 ਮਿੰਟ ਵਾਸਤੇ ਜੀ, ਤੇ ਅਸੀਂ ਟੋਲਰੇਟ ਨਹੀਂ ਕੀਤਾ ਤੇ ਉਹ ਜਿਹੜੀ ਵਾਇਰਲ ਕਰ ਰਹੇ ਆ, ਇੱਕ ਦੂਜੇ ਨੂੰ ਭੇਜ ਰਹੇ ਆ, ਸਵਾਦ ਲੈ ਰਹੇ ਆ ਅਸੀਂ ਕਿ ਵੇਖੋ ਜੀ ਰਾਹੁਲ ਗਾਂਧੀ ਕਿਸੇ ਲੇਡੀ ਦੇ ਨਾਲ ਬੈਠਾ ਹੋਇਆ, ਹਾਲਾਂਕਿ ਉਹ ਬਿਲਕੁਲ ਸਿਰਫ ਆਪਣਾ ਖਾਣਾ ਖਾ ਰਿਹਾ, ਕੁਛ ਨਹੀਂ ਕਰ ਰਿਹਾ ਜੀ। ਮਤਲਬ ਇਹ ਹਾਲਾਤ ਹੋ ਗਏ ਨੇ। ਸੋਸ਼ਲ ਮੀਡੀਆ ਨੇ ਨਾ ਇਨਟੋਲਰੈਂਸ ਵਧਾਈ ਹੈ। ਅਸੀਂ ਬਰਦਾਸ਼ਤ ਨਹੀਂ ਕਰਦੇ। ਛੋਟੀਆਂ ਛੋਟੀਆਂ ਗੱਲਾਂ ਨੂੰ ਅਸੀਂ ਵਾਇਰਲ ਕਰਕੇ ਪਤਾ ਨਹੀਂ ਕੀ ਸਿੱਧ ਕਰਨਾ ਚਾਹੁੰਦੇ ਆ। ਕੋਈ ਵਧਾ ਚੜਾ ਕੇ ਵੀ ਪੇਸ਼ ਕੀਤਾ ਜਾਂਦਾ, ਬਹੁਤ ਕੁਝ ਜਿਹੜਾ ਆ ਡਿਸਟੋਰਸ਼ਨ ਵੀ ਆ, ਕਈ ਵਾਰੀ ਆਊਟ ਆਫ ਦਾ ਕੰਟੈਕਸਟ ਵੀ ਉਹ ਚੀਜ਼ਾਂ ਪੇਸ਼ ਕਰ ਦਿੱਤੀਆਂ ਜਾਂਦੀਆਂ। ਹਾਂਜੀ, ਅਸੀਂ ਪਰਸਨਲ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਇੰਟਰਫੀਅਰ ਕਰ ਰਹੇ ਹਾਂ ਲੋਕਾਂ ਦੀ। ਮਤਲਬ ਬੈਡਰੂਮਾਂ ਤੱਕ ਅਸੀਂ ਜਿਹੜੇ ਹੈ ਉਹ ਅਸੀਂ ਵੜ ਗਏ ਹਾਂ, ਤੇ ਉਹਨਾਂ ਦੇ ਅੰਦਰਲੇ ਵੀ ਬੈਡਰੂਮ ਸੀਨਸ ਵੀ ਜਿਹੜੇ ਅਸੀਂ ਬਾਹਰ ਲਿਆਉਣਾ ਚਾਹੁੰਦੇ ਹਾਂ, ਕਿਚਨ ਦੇ ਵਿੱਚ ਵੜ ਗਏ ਹਾਂ। ਪਿੱਛੇ ਜੀ ਇੱਕ ਇਹੋ ਜਿਹੀ ਵੀ ਵੀਡੀਓ ਆਈ ਕਿ ਇੱਕ ਦਰਬਾਰ ਸਾਹਿਬ ਦਾ ਗ੍ਰੰਥੀ ਹੈ, ਮੈਨੂੰ ਨਾਂ ਨਹੀਂ ਉਹਦਾ ਪਤਾ ਕੀ ਹੈ, ਉਹ ਆਪਣੇ ਘਰ ਮੀਟ ਬਣਾ ਰਿਹਾ ਸੀ, ਤਾਂ ਉਹ ਵੀ ਜਿਹੜੀ ਹੈ ਵਾਇਰਲ ਕਰ ਦਿੱਤੀ ਗਈ ਕਿ ਵੇਖੋ ਜੀ ਦਰਬਾਰ ਸਾਹਿਬ ਦਾ ਜਿਹੜਾ ਗ੍ਰੰਥੀ ਹੈ ਉਹ ਮੀਟ ਬਣਾ ਰਿਹਾ ਜੀ। ਇਸੇ ਤਰੀਕੇ ਨਾਲ ਬਹੁਤ ਸਾਰੀਆਂ ਹੁਣ ਵੀਡੀਓਜ਼ ਆ ਰਹੀਆਂ ਨੇ ਕਿ ਜਿਹਦੇ 'ਚ ਪਿੱਛੇ ਜੀ ਕੰਟਰੋਵਰਸੀ ਆਈ ਕਿ ਜਿਹੜੀਆਂ ਨੇ ਕੁਰਸੀਆਂ ਜਿਹੜੀਆਂ ਨੇ ਕਿਸੇ ਗੁਰਦੁਆਰੇ ਦੇ ਵਿੱਚ ਜਿਹੜੀਆਂ ਚੁੱਕ ਕੇ ਬਾਹਰ ਉਹਨਾਂ ਨੂੰ ਅੱਗ ਲਾ ਦਿੱਤੀ ਗਈ, ਜਦੋਂ ਕਿ ਕਾਹਨ ਸਿੰਘ ਨਾਭੇ ਨੇ ਆਪਣੀ ਗੁਰਮਤ ਮਾਰਕੰਡ ਕਿਤਾਬ ਜਿਹੜੀ ਕਿ ਸ਼੍ਰੋਮਣੀ ਕਮੇਟੀ ਛਾਪ ਕੇ ਵੰਡਦੀ ਹੈ ਜੀ, ਮਤਲਬ ਆਥੋਰਾਈਜ਼ਡ ਉਹ ਬੁੱਕ ਹੈਗੀ ਹੈ ਸ਼੍ਰੋਮਣੀ ਕਮੇਟੀ ਵੱਲੋਂ, ਉਹਦੇ ਵਿੱਚ ਇਸ ਗੱਲ ਨੂੰ ਮਤਲਬ ਪ੍ਰਵਾਨ ਕੀਤਾ ਗਿਆ ਕਿ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਚੀ ਥਾਂ ਤੇ ਹੈਗਾ ਤੇ ਉੱਥੇ ਕੁਰਸੀਆਂ ਲਾਈਆਂ ਜਾ ਸਕਦੀਆਂ। ਓਕੇ, ਈਵਨ ਕਿ ਗੁਰਦੁਆਰੇ 'ਚ ਪੂਰੇ 'ਚ ਕੁਰਸੀਆਂ। ਔਰ ਕੋਈ ਟਾਈਮ ਸੀਗਾ ਕਿ ਅਫਰੀਕਾ ਦੇ ਵਿੱਚ, ਮੈਨੂੰ ਇਸ ਵੇਲੇ ਜਗ੍ਹਾ ਦਾ ਨਾਮ ਭੁੱਲ ਗਿਆ, ਅਫਰੀਕਾ ਦੇ ਵਿੱਚ ਇੱਕ ਗੁਰਦੁਆਰਾ ਅਜਿਹਾ ਬਣਿਆ ਸੀ ਕਿ ਜਿਹਦੇ 'ਚ ਟੋਟਲੀ ਕੁਰਸੀਆਂ ਲਾਤੀਆਂ ਗਈਆਂ ਸੀਗੀਆਂ। ਉਦੋਂ ਟੋਲਰੇਟ ਕਰਦੇ ਸੀ ਲੋਕ। ਹੁਣ ਜੋ ਕੁਝ ਭਾਈ ਰਣਧੀਰ ਸਿੰਘ ਕਹਿੰਦਾ ਸੀ ਰਾਗਮਾਲਾ ਬਾਰੇ, ਭਾਈ ਰਣਧੀਰ ਸਿੰਘ ਜਿਹੜੇ ਅਖੰਡ ਕੀਰਤਨੀ ਜਥੇ ਦੇ ਮਤਲਬ ਸੰਸਥਾਪਕ ਸਨ ਜੀ,
ਉਹ ਕਹਿੰਦੇ ਸੀਗੇ ਰਾਗਮਾਲਾ ਜਿਹੜੀ ਬਾਣੀ ਨਹੀਂ ਹੈਗੀ ਤੇ ਪੜ੍ਹਨੀ ਨਹੀਂ ਚਾਹੀਦੀ, ਤੇ ਉਹ ਅੱਜ ਵੀ ਜਿਹੜਾ ਜੱਥਾ ਹੈਗਾ ਅਖੰਡ ਕੀਰਤਨੀ ਜੱਥਾ ਉਹ ਰਾਗਮਾਲਾ ਅਖੰਡ ਪਾਠ ਦੇ ਟਾਈਮ ਤੇ ਨਹੀਂ ਪੜ੍ਹਦੇ। ਉਹ ਕਹਿੰਦੇ ਬਾਣੀ ਨਹੀਂ ਹੈਗੀ, ਅਸੀਂ ਨਹੀਂ ਪੜ੍ਹਦੇ। ਪਰੰਤੂ ਟਕਸਾਲ ਜਿਹੜੀ ਹੈ ਜਾਂ ਹੋਰ ਸਿੱਖ ਜਿਹੜੇ ਨੇ ਉਹ ਰਾਗਮਾਲਾ ਦਾ ਪੜ੍ਹੇ ਬਿਨਾਂ ਜਿਹੜਾ ਉਹ ਭੋਗ ਨਹੀਂ ਪਾਉਂਦੇ। ਔਰ ਭਾਈ ਰਣਧੀਰ ਸਿੰਘ ਤੇ ਸੰਤ ਜਿਹੜੇ ਭਿੰਡਰਾਂ ਵਾਲੇ ਸੀ, ਇਹ ਆਪਸ 'ਚ ਜਦੋਂ ਵੀ ਮਿਲਦੇ ਸੀ ਬੜੇ ਪਿਆਰ ਨਾਲ ਮਿਲਦੇ ਸੀ। ਕੋਈ ਪਰਸਨਲ ਲੈਵਲ ਤੇ ਕੋਈ ਰੰਜਿਸ਼ ਨਹੀਂ ਸੀ ਇਹਨਾਂ 'ਚ, ਵਿਚਾਰਧਾਰਕ ਰੰਜਿਸ਼ ਸੀ। ਪਰੰਤੂ ਹੁਣ ਕੀ ਹੈ, ਹੁਣ ਤਾਂ ਛਬੀਲਾਂ ਲਾ ਦਿੰਦੇ ਨੇ। ਪਰ ਆਪਾਂ ਜੇ ਥੋੜਾ ਜਿਹਾ ਹੋਰ ਬਰੀਫ ਰੱਖਣ ਦੀ ਕੋਸ਼ਿਸ਼ ਕਰੀਏ, ਇਹ ਆਪਾਂ ਗੱਲ ਕੀਤੀ ਹੈ ਕਿ ਵੀ ਸਿੱਖਿਜ਼ਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀ ਕੱਟੜਤਾ ਆਈ ਹੈ ਜਾਂ ਜਿਹੜੀ ਇਨਟੋਲਰੈਂਸ ਹੈ ਉਹਦੀ ਥਾਂ ਬਣ ਗਈ ਹੈ। ਇਹੀ ਵਰਤਾਰਾ ਆਪਾਂ ਬਾਕੀ ਧਰਮਾਂ ਦੇ ਵਿੱਚ ਵੀ ਦੇਖ ਰਹੇ ਹਾਂ। ਜਿੱਧਰ ਮਰਜ਼ੀ ਤੁਸੀਂ ਝਾਤੀ ਮਾਰ ਕੇ ਦੇਖ ਲਓ, ਇੰਡੀਆ ਦੇ ਵਿੱਚ ਜੋ ਕੁਝ ਇਸ ਵੇਲੇ ਹੋ ਰਿਹਾ, ਹਰ ਕਿਸੇ ਨੂੰ ਇਹ ਲੱਗ ਰਿਹਾ ਕਿ ਵੀ ਸਾਡੇ ਨਾਲ ਹੀ ਬੇਇਨਸਾਫੀ ਹੋ ਰਹੀ ਹੈ ਤੇ ਸਾਨੂੰ ਸਹਿਣ ਨਹੀਂ ਕੀਤਾ ਜਾ ਰਿਹਾ। ਹਰ ਕਿਸੇ ਧਰਮ ਦੇ ਲੋਕਾਂ ਨੂੰ ਇਹ ਗੱਲ ਕਿਉਂ ਮਹਿਸੂਸ ਹੋ ਰਹੀ ਹੈ, ਤੇ ਨਾਲ ਲਗਾਤਾਰ ਐਕਸਪੈਕਟੇਸ਼ਨਸ ਵੀ ਉਹਨਾਂ ਦੀਆਂ ਇਹੀ ਹੈ ਕਿ ਜਿੱਦਾਂ ਅਸੀਂ ਚੱਲਦੇ ਹਾਂ ਉਸ ਤਰ੍ਹਾਂ ਚੱਲਣਾ ਚਾਹੀਦਾ, ਸਹੀ ਅਸੀਂ ਹੈਗੇ ਹਾਂ। ਉਹਦਾ ਕਾਰਨ ਇਹ ਹੈ ਕਿ ਹਰ ਧਰਮ ਜਿਹੜਾ ਨਾ ਆਪਣੇ ਮੰਨਣ ਵਾਲਿਆਂ ਨੂੰ ਇਹ ਸਿਖਲਾਈ ਦਿੰਦਾ ਜਾਂ ਸਿੱਖਿਆ ਦਿੰਦਾ ਹੈ ਕਿ ਸਾਡਾ ਧਰਮ ਹੀ ਸਰਵਉੱਚ ਹੈ, ਸਾਡੀ ਮਰਿਆਦਾ ਹੀ ਜਿਹੜੀ ਹੈ ਉਹ ਸਭ ਤੋਂ ਵਧੀਆ, ਤੇ ਇਹਨੇ ਤੁਹਾਨੂੰ ਸਵਰਗ ਦੇ ਵਿੱਚ ਜਾਂ ਬਹਿਸ਼ਤ ਦੇ ਵਿੱਚ, ਜੰਨਤ ਦੇ ਵਿੱਚ ਲੈ ਕੇ ਜਾਣਾ। ਇਸ ਕਰਕੇ ਉਹਨਾਂ ਨੂੰ ਇਹ ਇੱਕ ਕਿਸਮ ਦੀ ਧਰਮ ਗ੍ਰੰਥ ਜਿਹੜੇ ਨੇ ਨਾ, ਹਰ ਧਰਮ ਆਪਣੇ ਮੰਨਣ ਵਾਲਿਆਂ ਦੀ ਡਿਊਟੀ ਲਾਉਂਦਾ ਹੈ ਕਿ ਤੁਸੀਂ ਆਪਣੇ ਧਰਮ ਦੀ ਜਿਹੜੀ ਹੈ ਉਹ ਰਾਖੀ ਵੀ ਕਰਨੀ ਹੈ ਤੇ ਲੋਕਾਂ ਨੂੰ ਇਹ ਮੰਨਣ ਲਈ ਮਜਬੂਰ ਵੀ ਕਰਨਾ ਹੈ। ਇਹ ਸਿਖਲਾਈ ਹੈ। ਤੁਸੀਂ ਦੇਖੋ ਛੋਟੇ ਛੋਟੇ ਜਿਹੜੇ ਬੱਚੇ ਨੇ ਨਵਜੋਤ ਜੀ, ਉਹਨਾਂ ਨੂੰ ਅਸੀਂ ਟ੍ਰੇਨਿੰਗ ਜਿਹੜੀ ਘਰਾਂ 'ਚ ਦਿੰਦੇ ਹਾਂ ਨਮਾਜ਼ ਪੜ੍ਹਨ ਦੀ ਜਾਂ ਬਾਈਬਲ ਪੜ੍ਹਨ ਦੀ ਜਾਂ ਬਾਣੀ ਪੜ੍ਹਨ ਦੀ, ਕੋਈ ਵੀ ਕਹਿ ਲਓ, ਉਹਨੂੰ ਠੋਸੀ ਜਾਂਦੀ ਹੈ। ਉਹਨਾਂ ਦੇ ਉੱਤੇ ਜੰਮਦੇ ਸਾਰ ਹੀ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਦੀ ਅਸੀਂ ਗੁੜਤੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਧਰਮ ਨੂੰ ਫੋਲੋ ਕਰਨ। ਫਿਰ ਉਹ ਵੱਡੇ ਜਦੋਂ ਜਿਉਂ ਵੱਡੇ ਹੁੰਦੇ ਨੇ, ਉਹਨਾਂ ਦੇ ਉੱਤੇ ਧਰਮ ਦੇ ਜਿਹੜੇ ਫਰਜ਼ ਨੇ ਉਹ ਅਸੀਂ ਉਹਨਾਂ ਨੂੰ ਮੰਨਣ ਲਈ ਮਜਬੂਰ ਕਰਦੇ ਹਾਂ। ਮੈਨੂੰ ਯਾਦ ਆ ਕਿ ਆਪਾਂ ਪਿਛਲੀ ਫਿਰ ਅਸੀਂ ਯਾਰਾਂ ਦੋਸਤਾਂ ਤੇ ਲਾਗੂ ਕਰਦੇ ਹਾਂ। ਅਸੀਂ ਕਰਦੇ ਹਾਂ ਕਿ ਜਿਹੜੇ ਸਾਡੇ ਯਾਰ ਦੋਸਤ ਨੇ, ਰਿਸ਼ਤੇਦਾਰ ਨੇ, ਉਹ ਸਾਡੇ ਵਾਂਗੂ ਚੱਲਣ। ਅਸੀਂ ਕਾਰ ਵਿਹਾਰ ਕਰਦੇ ਹਾਂ, ਕਰਮ ਕਾਂਡ ਕਰਦੇ ਹਾਂ, ਉਹੀ ਕਰਮ ਕਾਂਡ ਸਾਡੇ ਯਾਰ ਦੋਸਤ ਕਰਦੇ ਹੋਣ ਤੇ ਤਾਂ ਉਹ ਚੰਗੇ ਨੇ। ਜੇ ਸਾਡੇ ਰਿਸ਼ਤੇਦਾਰ ਉਸੇ ਤਰੀਕੇ ਨਾਲ ਬਿਹੇਵ ਕਰਦੇ ਹੈ ਤੇ ਤਾਂ ਉਹ ਚੰਗੇ ਨੇ। ਜੇ ਨਹੀਂ ਤੇ ਅਸੀਂ ਕਈ ਤਰੀਕਿਆਂ ਨਾਲ ਅਸੀਂ ਉਹਦਾ ਵਿਰੋਧ ਕਰਦੇ ਹਾਂ ਜਾਂ ਕਈ ਤਰ੍ਹਾਂ ਨਾਲ ਉਹਨਾਂ ਨੂੰ ਮਤਲਬ ਡਿਸਕਰਜ ਕਰਦੇ ਹਾਂ। ਜੀ ਬਿਲਕੁਲ। ਮੈਨੂੰ ਯਾਦ ਆ ਰਹੀ ਸੀ ਗੱਲ ਤੁਹਾਡੀ, ਤੁਸੀਂ ਪਿਛਲੀ ਵਾਰੀ ਵੀ ਜਦੋਂ ਆਪਾਂ ਗੱਲਬਾਤ ਕੀਤੀ ਆ ਉਦੋਂ ਇਹ ਗੱਲ ਜ਼ਿਕਰ ਕੀਤਾ ਸੀ ਕਿ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੁਸੀਂ ਇਸ ਪਾਸੇ ਪਾਓ ਹੀ ਨਾ। ਕਿਸੇ ਵੀ ਰਿਲੀਜਨ ਦੀਆਂ ਵੈਲਿਊਜ਼ ਜਾਂ ਜਿਹੜੀਆਂ ਇਸ ਤਰ੍ਹਾਂ ਦੇ ਰਸਮਾਂ ਰਿਵਾਜ ਆ ਜਾਂ ਰੀਤਾਂ ਆ ਜਿਹੜੀਆਂ ਉਹਦੇ ਨਾਲ ਸੰਬੰਧਿਤ ਆ, ਉਹ ਨਹੀਂ ਸਿਖਾਈਆਂ ਜਾਣੀਆਂ ਚਾਹੀਦੀਆਂ। ਬਹੁਤ ਸਾਰੇ ਜਿਹੜੇ ਲੋਕ ਸੀ, ਜਦੋਂ ਆਪਾਂ ਸੋਸ਼ਲ ਮੀਡੀਆ 'ਤੇ ਵੀ ਇਹਨੂੰ ਪੋਸਟ ਕੀਤਾ, ਇਸ ਗੱਲ ਦਾ ਉਹਨਾਂ ਨੇ ਬੜਾ ਸਵਾਲ ਰੱਖਿਆ। ਕਹਿੰਦੇ ਲਓ ਜੀ, ਜੇ ਅਸੀਂ ਉਹਨਾਂ ਨੂੰ ਸਿਖਾਇਆ ਹੀ ਨਾ, 15 ਸਾਲ ਤੱਕ ਤਾਂ ਫਾਊਂਡੇਸ਼ਨ ਬਣ ਜਾਂਦੀ ਹੈ ਬੱਚੇ ਦੀ, ਅਤੇ ਉਸ ਤੋਂ ਬਾਅਦ ਉਹ ਨਹੀਂ ਸਿੱਖ ਸਕੂਗਾ। ਜਦੋਂ ਸਾਨੂੰ ਇਹ ਫਿਕਰ ਲੱਗ ਜਾਂਦਾ ਕਿ ਉਸ ਤੋਂ ਬਾਅਦ ਉਹ ਨਹੀਂ ਸਿੱਖ ਸਕੂਗਾ, ਉਹਨੂੰ ਧਾਰਮਿਕ ਕਦਰਾਂ ਕੀਮਤਾਂ ਦਾ ਨਹੀਂ ਪਤਾ ਲੱਗੂਗਾ, ਉਹਨਾਂ ਧਾਰਮਿਕ ਬੰਧਨਾਂ ਦੇ ਵਿੱਚ ਉਹ ਨਹੀਂ ਬੰਨਿਆ ਜਾ ਸਕਦਾ, ਸਾਨੂੰ ਕਿਸ ਗੱਲ ਦੀ ਇਨਸਿਕਿਉਰਿਟੀ ਮਹਿਸੂਸ ਹੁੰਦੀ ਹੈ ਜੇ ਉਹ ਇੱਕ ਚੰਗਾ ਭਲਾ ਠੀਕ ਠਾਕ ਇਨਸਾਨ ਬਣ ਕੇ ਵਿਚਰ ਰਿਹਾ ਹੈ, ਇੱਕ ਵਧੀਆ ਮਨੁੱਖ ਦੇ ਤੌਰ ਤੇ। ਦੇਖੋ, ਇਹੀ ਤੇ ਗੱਲ ਹੈ ਕਿ ਅਸੀਂ ਆਪਣਾ ਠੱਪਾ ਲਾ ਕੇ ਉਹਨੂੰ ਰੱਖਣਾ ਚਾਹੁੰਦੇ ਹਾਂ। ਅਸੀਂ ਠੱਪਾ ਲਾਉਣਾ ਚਾਹੁੰਦੇ ਹਾਂ ਕਿ ਇਹ ਸਾਡਾ ਹੈ ਜੀ। ਮੁਸਲਮਾਨ ਜਿਹੜਾ ਉਹ ਆਪਣੇ ਬੱਚੇ ਦੇ ਉੱਤੇ ਇਸਲਾਮ ਦਾ ਠੱਪਾ ਲਾਉਣਾ ਚਾਹੁੰਦਾ ਹੈ। ਇੱਕ ਕ੍ਰਿਸਚਨ ਜਿਹੜਾ ਉਹ ਆਪਣੇ ਬੱਚੇ ਦੇ ਉੱਤੇ ਕ੍ਰਿਸਚੈਨਿਟੀ ਦਾ ਠੱਪਾ ਲਾਉਣਾ ਚਾਹੁੰਦਾ। ਅਸੀਂ ਆਪਣੇ ਬੱਚੇ ਦੇ ਉੱਤੇ ਸਿੱਖ ਦਾ ਠੱਪਾ ਲਾਉਣਾ ਚਾਹੁੰਦੇ ਹਾਂ। ਮੈਂ ਪਹਿਲਾਂ ਸ਼ੁਰੂ 'ਚ ਕਿਹਾ ਕਿ ਕੰਟਰੋਲਿੰਗ ਟੂਲ ਹੈ। ਅਸਲ ਧਰਮ ਦੇ ਇਹਨਾਂ ਚੀਜ਼ਾਂ ਨਾਲ, ਇਸ ਪ੍ਰੈਕਟਿਸ ਦੇ ਨਾਲ ਅਸੀਂ ਬੱਚੇ ਨੂੰ ਜਿਹੜਾ ਆਪਣੇ ਕੰਟਰੋਲ 'ਚ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਇਹ ਵੀ ਇੱਕ ਸੱਚ ਹੈ ਕਿ ਜਿਉਂ-ਜਿਉਂ ਸਾਇੰਸ ਦਾ ਨੌਲੇਜ ਵੱਧ ਰਿਹਾ ਲੋਕਾਂ ਦੇ ਵਿੱਚ, ਔਰ ਜਿਉਂ-ਜਿਉਂ ਰੈਸ਼ਨੈਲਿਟੀ ਦਾ ਜਿਹੜਾ ਉਹ ਚੱਲਣ ਵੱਧ ਰਿਹਾ, ਲੋਕੀ ਨਾਸਤਿਕਤਾ ਵੱਲ ਵੱਧ ਰਹੇ ਨੇ। ਇਹ ਇੱਕ ਫੈਕਟ ਹੈਗਾ, ਤੁਸੀਂ ਗੂਗਲ ਤੇ ਜਾ ਕੇ ਦੇਖੋ, ਇੱਕ ਨਵੀਂ ਟਰਮ ਹੈ, ਉਹ ਵੀ ਨੋਟ ਕਰ ਲਓ, ਨੋ ਰਿਲੀਜਨ। ਮੈਂ ਮੈਂਸ਼ਨ ਕਰਨਾ ਚਾਹੁੰਦੀ ਇੱਥੇ ਡਾਕਟਰ ਗੁਰਸ਼ਰਨਜੀਤ ਜੀ, ਕੁਛ ਕੁ ਮਹੀਨੇ ਪਹਿਲਾਂ ਜਿਹੜੀ ਰਿਪੋਰਟ ਆਈ ਹੈ ਕੈਨੇਡਾ ਦੀ ਸੈਂਸਸ ਦੀ, ਉਹਦੇ ਵਿੱਚ ਵੀ ਜਦੋਂ BC ਦੇ ਅੰਕੜੇ ਆਏ ਆ ਓਵਰਆਲ ਅਸੀਂ ਕੈਨੇਡਾ ਦੇ ਦੇਖਦੇ ਹਾਂ, ਅਤੇ ਮੈਜੋਰਿਟੀ ਲੋਕ ਉਹ ਹੋ ਗਏ ਆ ਜਿਹੜੇ ਨੋ ਰਿਲੀਜਨ ਵਾਲੇ ਆ। ਮੈਜੋਰਿਟੀ ਲੋਕ 51 ਜਾਂ 52% ਆ। ਸੋ ਉਹਨਾਂ ਲੋਕਾਂ ਦੀ ਗਿਣਤੀ ਹੈ ਜਿਨ੍ਹਾਂ ਨੇ ਆਪਣਾ ਕੋਈ ਵੀ ਧਰਮ ਨਹੀਂ ਭਰਿਆ। ਜਿਹੜੀਆਂ ਸੁਸਾਇਟੀਜ਼ ਅੱਗੇ ਵੱਧ ਰਹੀਆਂ ਨੇ ਜੀ, ਉਹਨਾਂ 'ਚ ਬਹੁਤ ਤੇਜ਼ੀ ਦੇ ਨਾਲ ਨੋ ਰਿਲੀਜਨ ਵਾਲੀ ਕੈਟੇਗਰੀ ਜਿਹੜੀ ਹੈ ਉਹ ਵੱਧ ਰਹੀ ਹੈ। ਇਹ ਇੱਕ ਸੱਚਾਈ ਹੈ। ਤੁਸੀਂ ਨਾਰਵੇ ਲੈ ਲਓ, ਡੈਨਮਾਰਕ ਲੈ ਲਓ, ਜਾਂ ਜਿੱਥੇ ਵੀ ਜੀਵਨ ਦੀਆਂ ਚੰਗੀਆਂ ਉਮੀਦਾਂ ਨੇ ਲੋਕਾਂ ਦੇ ਵਿੱਚ, ਉਹਨਾਂ ਸੁਸਾਇਟੀਜ਼ ਦੇ ਵਿੱਚ ਨੋ ਰਿਲੀਜਨ ਵਾਲਿਆਂ ਦੀ ਗਿਣਤੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਔਰ ਰਿਪੋਰਟਾਂ ਇੱਥੋਂ ਤੱਕ ਨੇ ਕਿ ਜਿਹੜੇ ਸੋ ਕਾਲਡ ਇਸਲਾਮਿਕ ਕੰਟਰੀ ਨੇ, ਕਿਉਂਕਿ ਉੱਥੇ ਕੈਪੀਟਲ ਪਨਿਸ਼ਮੈਂਟ ਹੈ ਜੇਕਰ ਕੋਈ ਬੰਦਾ ਨਾਸਤਕ ਹੋ ਜਾਂਦਾ। ਅੱਛਾ, ਉੱਥੇ ਮੁਲਹਿਦ, ਜੇਕਰ ਕੋਈ ਮੁਲਹਿਦ ਹੋ ਜਾਂਦਾ ਤੇ ਉਹਨੂੰ ਕੈਪੀਟਲ ਪਨਿਸ਼ਮੈਂਟ ਹੁੰਦੀ ਹੈ। ਤੇ ਉਹ ਲੋਕ ਵੀ ਜਿਹੜੇ ਹੈ ਜਦੋਂ ਬਾਹਰ ਆ ਜਾਂਦੇ ਨੇ ਮੁਸਲਮਾਨ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਨੇ ਚੁੱਪ ਚਪੀਤੇ ਜਿਹੜੇ ਨੇ ਉਹ ਜਿਹੜੇ ਨੇ ਮੁਲਹਿਦ ਬਣ ਰਹੇ ਨੇ। ਔਰ ਉਹਨਾਂ ਦੇ ਬੜੇ ਲੋਕਾਂ ਦੇ ਚੈਨਲ ਅੱਜ ਕੱਲ੍ਹ ਬੜੇ ਪਾਪੂਲਰ ਹੋ ਗਏ ਨੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਨਾਸਤਿਕਤਾ ਇੱਕ ਯਾਤਰਾ ਹੈ ਜਿਹਦੇ 'ਚ ਰੈਸ਼ਨਲ ਥਿੰਕਿੰਗ ਵਾਲੇ ਲੋਕ ਤੇ ਸਾਇੰਟੀਫਿਕ ਜਿਨ੍ਹਾਂ ਦਾ ਐਟੀਟਿਊਡ ਹੈ ਜੀ, ਉਹ ਉੱਧਰ ਜਿਹੜੇ ਨੇ ਵੱਧ ਰਹੇ ਨੇ। ਅੱਛਾ, ਆਪਾਂ ਕਿਉਂਕਿ ਇਨਟੋਲਰੈਂਸ ਦੀ ਗੱਲ ਕਰ ਰਹੇ ਹਾਂ, ਕੱਟੜਤਾ ਦੀ ਗੱਲ ਕਰ ਰਹੇ ਹਾਂ, ਇੱਥੇ ਨਾਲ ਇਹ ਵੀ ਮੇਰੇ ਖਿਆਲ ਜ਼ਿਕਰ ਕਰਨਾ ਜ਼ਰੂਰ ਬਣਦਾ ਕਿ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ, ਕਈ ਲੋਕ ਇਹ ਵੀ ਕਹਿੰਦੇ ਆ ਕਿ ਇਹ ਸਾਡੀ ਅੰਦਰ ਵੱਲ ਨੂੰ ਜਿਹੜੀ ਯਾਤਰਾ ਹੈ, ਅਸੀਂ ਆਪਣੀ ਆਪ ਬਾਰੇ ਖੋਜ ਕਰਨਾ ਚਾਹੁੰਦੇ ਹਾਂ, ਜਿਹੜੀ ਕਿ ਸਪਿਰਿਚੁਅਲਿਜ਼ਮ ਵੱਲ ਨੂੰ ਜ਼ਿਆਦਾ ਚੀਜ਼ ਹੈ। ਉਹਦੇ ਵਿੱਚ ਇੱਕ ਹੋਰ ਚੀਜ਼ ਹੈ ਕਿ ਜਦੋਂ ਕੋਈ ਵਿਅਕਤੀ ਇਸ ਖੋਜ 'ਤੇ ਨਿਕਲਦਾ ਹੈ, ਸ਼ਾਇਦ ਤੁਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਹੋ ਸਕਦੇ ਹੋ ਕਿਉਂਕਿ ਤੁਸੀਂ ਸਾਰੇ ਵੱਖ-ਵੱਖ ਜਿਹੜੇ ਧਰਮ ਆ ਉਹ ਪੜ੍ਹੇ ਆ, ਉਹਨਾਂ ਦੀ ਤੁਸੀਂ ਸਟੱਡੀ ਕੀਤੀ ਹੈ। ਜਦੋਂ ਬੰਦਾ ਉਸ ਖੋਜ 'ਤੇ ਨਿਕਲਦਾ ਹੈ, ਹੋ ਸਕਦਾ ਕਿ ਉਹਨੂੰ ਕਿਸੇ ਵੇਲੇ ਇੱਕ ਧਰਮ ਜ਼ਿਆਦਾ ਚੰਗਾ ਲੱਗ ਰਿਹਾ, ਉਹਨੂੰ ਛੱਡ ਕੇ ਉਹ ਦੂਜੇ ਨਾਲ ਜੁੜ ਰਿਹਾ, ਦੂਜੇ ਨੂੰ ਛੱਡ ਕੇ ਤੀਜੇ ਨਾਲ ਜੁੜ ਰਿਹਾ, ਤੀਜੇ ਨੂੰ ਛੱਡ ਕੇ ਚੌਥੇ ਨਾਲ ਜੁੜ ਰਿਹਾ, ਅਤੇ ਇਹ ਵੀ ਹੋ ਸਕਦਾ ਕਿ ਉਹ ਉਸ ਮੋੜ 'ਤੇ ਆ ਕੇ ਖੜ੍ਹ ਜਾਵੇ ਕਿ ਉਹ ਸਾਰਿਆਂ ਤੋਂ ਹੀ ਇਨਕਾਰੀ ਹੋ ਜਾਵੇ। ਹੁਣ ਚਲੋ ਮੈਂ ਪਹਿਲੀ ਸਟੇਜ 'ਤੇ ਹੀ ਆਉਣੀ ਆ ਕਿ ਇੱਕ ਨੂੰ ਛੱਡ ਕੇ ਦੂਸਰੇ ਨੂੰ ਫੜ ਲਿਆ, ਨਾ ਤਾਂ ਪਰਿਵਾਰ ਨੂੰ ਉਹ ਚੀਜ਼ ਮਨਜ਼ੂਰ ਹੈ, ਨਾ ਸਮਾਜ ਨੂੰ ਉਹ ਚੀਜ਼ ਮਨਜ਼ੂਰ ਹੈ, ਪਰ ਇਸ ਦੌਰਾਨ ਉਸ ਵਿਅਕਤੀ ਦੀ ਜਿਹੜੀ ਆਪਣੇ ਆਪ ਨਾਲ ਲੜਾਈ ਚੱਲ ਰਹੀ ਹੈ, ਉਹ ਕੋਈ ਬਾਹਰ ਨਹੀਂ ਦੇਖ ਪਾ ਰਿਹਾ ਹੈਗਾ, ਉਹਦੇ ਨਾਲ ਸਾਰੇ ਦਾ ਸਾਰਾ ਹੀ ਉਹਦੀ ਮੈਂਟਲ, ਫਿਜ਼ੀਕਲ, ਇਮੋਸ਼ਨਲ ਹੈਲਥ ਦੇ ਉੱਤੇ ਅਸਰ ਹੋ ਰਿਹਾ, ਪਰ ਅਸੀਂ ਇਹ ਚੀਜ਼ਾਂ ਦੇਖਦੇ ਨਹੀਂ ਹੈਗੇ। ਕੀ ਇਹ ਕੰਮ ਐਂ ਹੀ ਚੱਲਦਾ ਰਹੂਗਾ? ਫਿਰ ਉੱਥੇ ਗੱਲ ਆ ਜਾਏਗੀ ਕਿ ਕੰਟਰੋਲਿੰਗ ਪਾਵਰ ਜਿਹੜੀ ਹੈ ਨਾ ਰਿਲੀਜਨ, ਇਹਨੇ ਇੰਨਾ ਜ਼ਿਆਦਾ ਕੰਟਰੋਲ ਕੀਤਾ ਹੋਇਆ ਹੈ ਕਿ ਮੰਨ ਲਓ ਇੱਕ ਬੰਦਾ ਜਿਹੜਾ ਕੋਈ ਵੀ ਰਿਲੀਜਨ ਨੂੰ ਮੰਨਣ ਵਾਲਾ ਹੈ, ਜਦੋਂ ਉਹ ਰਿਲੀਜਨ ਛੱਡਣ ਬਾਰੇ ਜਾਂ ਤਿਆਗਣ ਬਾਰੇ ਗੱਲ ਕਰਦਾ ਨਾ, ਆਪਣਾ ਧਰਮ ਬਦਲਣ ਬਾਰੇ ਗੱਲ ਕਰਦਾ ਹੈ ਜਾਂ ਸੋਚਦਾ ਹੈ ਜੀ, ਉਹਨੂੰ ਸਭ ਤੋਂ ਪਹਿਲਾਂ ਆਪਣੇ ਘਰ ਵਾਲਿਆਂ ਦਾ ਵਿਰੋਧ ਝੱਲਣਾ ਪੈਂਦਾ। ਦੈਟਸ ਰਾਈਟ। ਆਪਾਂ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ, ਗੁਰੂ ਨਾਨਕ ਸਾਹਿਬ ਨੇ ਫਾਰ ਐਗਜ਼ਾਮਪਲ ਜਦੋਂ ਜਨੇਊ ਪਾਉਣ ਤੋਂ ਇਨਕਾਰ ਕੀਤਾ ਹੋਏਗਾ, ਤਾਂ ਤੁਹਾਡਾ ਕੀ ਖਿਆਲ ਹੈ ਕਿ ਉਹਨਾਂ ਦੇ ਘਰ ਵਿੱਚ ਮਤਲਬ ਉਹਨਾਂ ਨੂੰ ਬਹੁਤ ਸਲਾਹਿਆ ਗਿਆ ਹੋਏਗਾ? ਹੁਣ ਨਾਸਤਕ ਦੀ ਅਸੀਂ ਗੱਲ ਕਰਦੇ ਹਾਂ, ਨਾਸਤਕ ਦੀ ਇੱਕ ਡੈਫੀਨੇਸ਼ਨ ਇਹ ਵੀ ਹੈ ਕਿ ਗੁਰੂ ਨਾਨਕ ਨੂੰ ਵੀ ਲੋਕੀ ਨਾਸਤਕ ਕਹਿੰਦੇ ਸਨ। ਅੱਛਾ, ਕਿਉਂਕਿ ਉਹਨਾਂ ਦੇ ਜਿਹੜੇ ਧਰਮ ਦੇ ਮਾਪਦੰਡ ਸੀ, ਉਹਨਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਜਿਹੜੇ ਸੀ ਉਹ ਪੂਰੇ ਨਹੀਂ ਸੀ ਉਤਰਦੇ, ਤਾਂ ਉਹ ਉਹਨਾਂ ਵਾਸਤੇ ਨਾਸਤਕ ਹੋ ਗਏ। ਇਸੇ ਤਰੀਕੇ ਨਾਲ ਜਿਹੜੇ ਸਾਡੇ ਧਰਮ, ਸਾਡੇ ਜਿਹੜੇ ਆਪਣੇ ਬਣਾਏ ਧਰਮ ਦੇ ਮਾਪਦੰਡ ਨੇ, ਜਦੋਂ ਕੋਈ ਬੰਦਾ ਉਹਨਾਂ ਤੇ ਨਹੀਂ ਉਤਰਦਾ ਤੇ ਅਸੀਂ ਉਹਦੇ ਉੱਤੇ ਨਾਸਤਕ ਦਾ ਇੱਕ, ਜਿੱਦੋਂ ਕਹਿੰਦੇ ਨਾ, ਮੋਹਰ ਲਾ ਦਿੰਦੇ ਹਾਂ। ਤੇ ਨਾਸਤਕ ਹੋਣਾ ਅਜੇ ਤੱਕ ਸਾਡੀ ਸੁਸਾਇਟੀ ਦੇ ਵਿੱਚ
ਇੱਕ ਬਹੁਤ ਹੀ ਬੁਰੀ ਗੱਲ ਸਮਝੀ ਜਾਂਦੀ ਹੈ। ਇਸੇ ਕਰਕੇ ਮਤਲਬ ਜਿਹੜੀਆਂ ਐਡਵਾਂਸ ਕੰਟਰੀਜ਼ ਨੇ, ਜਿਨ੍ਹਾਂ ਦੇ ਨਾਮ ਮੈਂ ਪਹਿਲਾਂ ਲਏ ਨੇ, ਜਿਨ੍ਹਾਂ 'ਚੋਂ ਕੁਛ ਦੇ ਨਾਮ ਲਏ ਨੇ, ਡੈਨਮਾਰਕ ਹੈ, ਨਾਰਵੇ ਹੈ, ਇਹ ਬਹੁਤ ਐਡਵਾਂਸ ਕੰਟਰੀ ਨੇ, ਵਧੀਆ ਕੰਟਰੀ ਮੰਨੇ ਗਏ ਨੇ ਦੁਨੀਆ ਦੇ ਵਿੱਚ। ਇਹਨਾਂ ਦੇ ਵਿੱਚ ਲੋਕੀ ਜਿਹੜੇ ਨੇ ਬੜੇ ਖੁੱਲੇ ਮਨ ਦੇ ਨਾਲ ਇਹ ਕਹਿ ਰਹੇ ਨੇ ਕਿ ਅਸੀਂ ਕਿਸੇ ਰਿਲੀਜਨ ਨੂੰ ਨਹੀਂ ਮੰਨਦੇ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਕੋਈ ਬੰਦਾ, ਜਿਵੇਂ ਤੁਸੀਂ ਕਿਹਾ, ਉਹ ਆਪਣੀ ਮਰਜ਼ੀ ਦੇ ਹਿਸਾਬ ਨਾਲ ਆਪਣਾ ਰਿਲੀਜਨ ਛੱਡਦਾ ਨਹੀਂ ਓਪਨਲੀ, ਤੇ ਦੂਜੀ ਕੋਈ ਜੇ ਅਪਣਾਉਣਾ ਚਾਹੁੰਦਾ, ਕੋਈ ਮੰਨ ਲਓ ਧਰਮ ਬਦਲਣਾ ਵੀ ਚਾਹੁੰਦਾ, ਹਾਂਜੀ, ਉਹਦੀ ਜਦੋਂ ਉਹਦੇ ਉੱਤੇ ਰੋਕਾਂ ਲੱਗ ਜਾਂਦੀਆਂ ਸੋਸਾਇਟੀ ਵੱਲੋਂ, ਪਰਿਵਾਰ ਵੱਲੋਂ, ਰਿਸ਼ਤੇਦਾਰਾਂ ਵੱਲੋਂ, ਤਾਂ ਉਹਦੀ ਬਿਲਕੁਲ ਮਾਨਸਿਕ ਜਿਹੜੀ ਸਿਹਤ ਹੈ ਉਹਦੇ ਉੱਤੇ ਜਿਹੜਾ ਪ੍ਰਭਾਵ ਪੈਂਦਾ, ਬਿਲਕੁਲ ਪੈਂਦਾ। ਮੇਰੇ ਨਾਲ ਸਾਡੇ ਕੁਝ ਲਿਸਨਰਸ ਜੁੜ ਰਹੇ ਆ, ਤੁਹਾਡੀ ਇਜਾਜ਼ਤ ਦੇ ਨਾਲ ਉਹਨਾਂ ਨੂੰ ਵੀ ਲੈ ਲਈਏ ਆਪਾਂ ਜੀ। ਸਭ ਤੋਂ ਪਹਿਲੇ ਲਿਸਨਰ ਨੇ ਮਨਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਾਹਿਬ ਨੂੰ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਤੋਂ ਇਹ ਪੁੱਛਣਾ ਚਾਹੁੰਦਾ, ਮੈਂ ਤਾਂ ਇਹਨਾਂ ਦੀਆਂ ਗੱਲਾਂ ਨਾਲ 100% ਤੋਂ ਵੀ ਵੱਧ ਸਹਿਮਤ ਹਾਂ। ਮੈਂ ਵੀ ਉਹੋ ਜਿਹੀ ਕਰਨਾ ਦਾ, ਤੇ ਮੇਰੇ ਕਹਿਣ ਤੋਂ ਮਤਲਬ ਕਿ ਜ਼ਿਆਦਾ ਆਪਦੇ ਘਰ ਦੇ ਵਿੱਚ, ਜਿਵੇਂ ਇਹਨਾਂ ਨੇ ਐਗਜ਼ਾਮਪਲ ਦਿੱਤੀ ਸੀ ਗੁਰੂ ਨਾਨਕ ਦੇਵ ਜੀ ਨੇ, ਕੀ ਉਹਦਾ ਆਪਾਂ ਕਵਿਤਾਵਾਂ ਵੀ ਸੁਣੀਆਂ, ਮੇਰੇ ਮੂੰਹ ਤੇ ਚਪੇੜਾਂ ਕਿਉਂ ਮਾਰੀਆਂ, ਗੁਰੂ ਨਾਨਕ ਦੇਵ ਜੀ ਨੇ ਵੀ ਚਪੇੜਾਂ ਖਾਧੀਆਂ ਸੀ, ਸਭ ਨੂੰ ਪਤਾ ਹੈ ਘਰੇ, ਕਿਉਂਕਿ ਉਹ ਉਸ ਧਰਮ ਦੇ ਜਿਹੜੇ ਧਰਮ 'ਚ ਜੰਮਿਆ ਸੀ ਉਸ ਹਿਸਾਬ ਕੇ ਨਹੀਂ ਸੀਗਾ। ਓਕੇ, ਤੇ ਮੇਰੇ ਕਹਿਣ ਤੋਂ ਮਤਲਬ ਜਦੋਂ ਸਾਨੂੰ ਆਪਦੇ ਘਰ ਦੇ ਵਿੱਚ ਜਾਂ ਆਪਦੇ ਮਿੱਤਰਾਂ, ਯਾਰਾਂ, ਦੋਸਤਾਂ ਦੇ ਵਿੱਚ ਸਥਿਤੀ ਦੇ ਵਿੱਚ ਨਿਕਲਣਾ ਪੈ ਸਕਦਾ, ਜਿਵੇਂ ਤੁਸੀਂ ਹੁਣ ਬੋਲ ਰਹੇ ਹੋ, ਮੈਨੂੰ ਪਤਾ ਕਈ ਲੋਕਾਂ ਨੇ ਨਾਰਾਜ਼ ਹੋਣਾ ਇਸ ਗੱਲਾਂ ਤੋਂ, ਤੇ ਉਹ ਸਥਿਤੀ ਦੇ ਵਿੱਚ ਜ਼ਿਆਦਾ ਲੋਕਾਂ ਨੂੰ ਥੋੜਾ ਜਿਹਾ ਮੈਨੂੰ ਲੱਗਦਾ ਵੀ ਸਾਡੇ ਸਿੱਖ ਧਰਮ ਦੇ ਵਿੱਚ ਜ਼ਿਆਦਾ ਕੱਟੜਪੰਥਾ ਆ ਰਹੀ ਆ। ਮੈਨੂੰ ਇੱਕ ਐਗਜ਼ਾਮਪਲ ਯਾਦ ਆ, ਇੱਥੇ ਕੁਰਸੀਆਂ ਦਾ ਰੌਲਾ ਪਿਆ, ਮੇਰੇ ਘਰੇ ਮੇਰੇ ਗੈਸਟ ਆਏ, ਮੈਂ ਘਰੇ ਬੁਲਾਇਆ ਸੀ ਉਹਨਾਂ ਨੂੰ, ਉਹ ਕਹਿੰਦੇ ਅਸੀਂ ਖੁਰਚਣਿਆਂ ਨਾਲ ਕੁੱਟ ਕੇ ਆਇਆ ਕੁਰਸੀਆਂ ਵਾਲਿਆਂ ਨੂੰ। ਖੁਰਚਣਾ ਮੈਂ ਕਿਹਾ ਬਹੁਤ ਬੜੀ ਬਹਾਦਰੀ ਕੀਤੀ ਹੈ, ਕਿਹੜੇ ਧਰਮ ਨਾਲ ਤੂੰ ਕੰਮ ਹੋਇਆ? ਉਹ ਮੇਰਾ ਦੋਸਤ ਹੀ ਸੀ, ਚਲੋ ਉਹ ਤਾਂ ਮੇਰੀ ਗੱਲ ਤਾਂ ਉਹਨੇ ਬਹੁਤਾ ਨਹੀਂ ਬੁਰਾ ਬਣਾਇਆ। ਇਹੀ ਜਿਹੀ ਸਥਿਤੀ ਸਾਨੂੰ ਕਿਵੇਂ ਸਮਝਾਉਣਾ ਚਾਹੀਦਾ ਤੇ ਕੀ ਕਰਨਾ ਚਾਹੀਦਾ? ਮੈਂ ਬਸ ਹਾਂਜੀ, ਇੰਟੋਲਰੈਂਸ ਦੀ ਹੀ ਇਹਨਾਂ ਨੇ ਗੱਲ ਕੀਤੀ ਹੈ ਕਿ ਜਦੋਂ ਤੁਹਾਡੇ ਆਲੇ ਦੁਆਲੇ ਇਹੋ ਜਿਹਾ ਮਾਹੌਲ ਕਹਿੰਦੇ ਬਣ ਰਿਹਾ ਹੋਵੇ ਤਾਂ ਕੀ ਕੀਤਾ ਜਾਵੇ, ਕੀ ਹੋ ਸਕਦਾ? ਡਾਕਟਰ ਗੁਰਸ਼ਰਨਜੀਤ ਜੀ। ਵੇਖੋ, ਇਹੋ ਜਿਹਾ ਮਾਹੌਲ ਜਦੋਂ ਬਣ ਜਾਂਦਾ ਨਾ, ਇਹ ਹੁੰਦਾ ਤੇ ਬੜਾ ਬਦਕਿਸਮਤੀ ਵਾਲੀ ਗੱਲ ਹੈ, ਪਰੰਤੂ ਇੱਕ ਧਿਰ ਨੂੰ ਫਿਰ ਜਿਹੜੀ ਹੈ ਉਸ ਵੇਲੇ ਨਿਮਰਤਾ ਹੀ ਵਿਖਾਉਣੀ ਚਾਹੀਦੀ ਹੈ। ਇਹਦਾ ਹੱਲ ਮੇਰੇ ਹਿਸਾਬ ਨਾਲ ਤੇ ਇਹੀ ਹੈ ਜੀ, ਸਿਆਣਪ ਇਹਦੇ ਵਿੱਚ ਹੀ ਹੁੰਦੀ ਹੈ ਕਿ ਉਸ ਵੇਲੇ ਜਿਹੜੀ ਹੈ ਇੱਕ ਧਿਰ ਜਿਹੜੀ ਹੈ ਉਹ ਨਿਮਰਤਾ ਵਿਖਾਵੇ। ਪਰ ਇਹ ਸਾਰਾ ਬੜੀ ਬਦਕਿਸਮਤੀ ਵਾਲਾ ਵਰਤਾਰਾ ਹੈ ਕਿ ਧਰਮ ਦੇ ਵਿੱਚ ਹਮੇਸ਼ਾ ਉਸ ਧਿਰ ਦਾ ਜਿਹੜਾ ਬੋਲਬਾਲਾ ਹੁੰਦਾ ਹੈ ਜਿਹੜੀ ਡੰਡੇ ਦੇ ਨਾਲ ਲੈਸ ਹੁੰਦੀ ਹੈ। ਤੋ ਜਿਹੜੇ ਭਲੇ ਮਾਨਸ ਲੋਕ ਹੁੰਦੇ ਨੇ ਉਹ ਫਿਰ ਚੁੱਪ ਹੋ ਜਾਂਦੇ ਨੇ, ਖਾਮੋਸ਼ ਹੋ ਜਾਂਦੇ ਨੇ, ਔਰ ਇਸੇ ਤਰੀਕੇ ਨਾਲ ਹੀ ਇਹਨੂੰ ਟਾਲਿਆ ਜਾ ਸਕਦਾ। ਅਦਰਵਾਈਜ਼ ਇਹ ਮਤਲਬ ਇਨਸਾਫ ਵਾਲੀ ਗੱਲ ਹੈ ਨਹੀਂ। ਆਪਾਂ ਬਾਰ-ਬਾਰ ਮੈਂ ਜ਼ਿਕਰ ਕੀਤਾ ਖੁਸ਼ੀ ਰਾਮ ਜੀ ਦਾ ਵੀ। ਖੁਸ਼ੀ ਰਾਮ ਜੀ ਵੀ ਸਾਡੇ ਨਾਲ ਇਸ ਵੇਲੇ ਸ਼ਾਮਿਲ ਹੋਏ ਨੇ। ਖੁਸ਼ੀ ਰਾਮ ਜੀ, ਸਵਾਗਤ ਹੈ ਤੁਹਾਡਾ। थैंक यू वेरी मच मानयोग नवजोत डॉक्टर सिंह, आपको हार्दिक अभिनंदन। पहले शुक्रिया जी। हाँ, सवाल वैसे मेन टॉपिक है धार्मिक कट्टरता का। हाँ जी, मेरा ये ख्याल है कि धार्मिक कट्टरता के दो कारण है। पहला कारण तो यह है कि धर्म नूं जेड़े उहदे फॉलोअर हैं ਉਹ ਇਹ ਕਹਿੰਦੇ ਆ, ਕਲੇਮ ਕਰਦੇ ਆ, ਔਰ ਉਹਨਾਂ ਨੂੰ ਇਸ ਗੱਲ ਲਈ ਕਿਹਾ ਵੀ ਜਾਂਦਾ ਕਿ ਜੋ ਸਾਡੀ ਧਰਮ ਪੁਸਤਕ ਵਿੱਚ ਲਿਖਿਆ ਹੈ ਇਹ ਰੱਬ ਦੀ ਆਪਣੀ ਕਹਿਣ ਤੇ ਲਿਖਿਆ, ਜਾਂ ਰੱਬ ਨੇ ਖੁਦ ਲਿਖਿਆ। ਜੈਸੇ ਇਸਲਾਮ ਵਾਲੇ ਕਹਿੰਦੇ ਆ ਕਿ ਕੁਰਾਨ ਜਿਹੜੀ ਹੈ ਇਹ ਰੱਬ ਦੇ ਐਗਜ਼ੈਕਟ ਵਰਡ ਆ। ਇਹ ਥੋੜਾ ਜਿਹਾ ਅਲਹਾਮ ਨਾਲੋਂ ਡਿਫਰੈਂਟ ਹੈ। ਅਲਹਾਮ ਤੋਂ ਸਿਰਫ ਕੁਝ ਮੈਸੇਜ ਕਨਵੇ ਕਰਦਾ, ਦੂਸਰਾ ਜਿਹੜਾ ਰਿਸੀਵ ਕਰਨ ਵਾਲਾ ਹੈ ਉਹ ਆਪਣੀ ਜ਼ੁਬਾਨ ਵਿੱਚ ਉਸ ਚੀਜ਼ ਨੂੰ ਬਿਆਨ ਕਰਦਾ। ਔਰ ਜਿਨ੍ਹਾਂ ਲੋਕਾਂ ਦਾ ਇਹ ਵਿਸ਼ਵਾਸ ਹੈ ਕਿ ਸਾਡੀ ਜਿਹੜੀ ਧਰਮ ਪੁਸਤਕ ਹੈ ਇਹ ਰੱਬ ਦਾ ਆਪਣੇ ਸ਼ਬਦ ਹੈ ਜਾਂ ਇਹ ਇਲਹਾਮ ਹੈ, ਉਹ ਇਹ ਸੋਚਦੇ ਆ ਕਿ ਇਹਦੇ ਵਿੱਚ ਗਲਤੀ ਦਾ ਸਵਾਲ ਪੈਦਾ ਹੋ ਹੀ ਨਹੀਂ ਸਕਦਾ। ਇਸ ਵਾਸਤੇ ਜਿਹੜਾ ਵੀ ਆਦਮੀ ਉਹਨੂੰ ਪੜਚੋਲ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਕਰੇਗਾ ਉਹਨੂੰ ਉਹ ਬੁਰਾ ਮੰਨਦੇ ਆ। ਔਰ ਦੂਸਰਾ ਕਾਰਨ ਇਹ ਹੈ ਕਿ ਧਰਮ ਵਾਲੇ ਜਿਹੜੇ ਆ ਉਹ ਇਹ ਜਾਣਦੇ ਆ ਕਿ ਸਾਡੇ ਧਰਮ ਦੇ ਵਿੱਚ ਕਮਜ਼ੋਰੀਆਂ ਹੈ,
ਔਰ ਅਗਰ ਅਸੀਂ ਧਰਮ ਨੂੰ ਫਰੋਲਣ ਦੀ ਕਿਸੇ ਨੂੰ ਇਜਾਜ਼ਤ ਦੇ ਦਿੱਤੀ ਤਾਂ ਉਹ ਜਿਹੜੀਆਂ ਗਲਤੀਆਂ ਇਹ ਸਾਰੀਆਂ ਉੱਪਰ ਆ ਜਾਣਗੀਆਂ ਔਰ ਲੋਕੀ ਸਾਨੂੰ ਚੱਲਣਾ ਸ਼ੁਰੂ ਕਰ ਦਿੰਦੇ। ਇਸ ਵਾਸਤੇ ਉਹ ਛੋਟੀ ਤੋਂ ਛੋਟੀ ਵੀ ਜਿਹੜੀ ਕ੍ਰਿਟਿਸਿਜ਼ਮ ਹੈ ਜਾਂ ਇਨਵੈਸਟੀਗੇਸ਼ਨ ਹੈ ਉਹਨੂੰ ਉਹ ਡਿਸਕਰੇਜ ਕਰਦੇ ਆ। ਉਹ ਕਹਿੰਦੇ ਕਿ ਧਰਮ ਦੇ ਉੱਤੇ ਕੁਐਸਚਨ ਮਤ ਕਰੋ, ਤੁਹਾਨੂੰ ਇਹਦੇ ਉੱਤੇ ਪੂਰਾ ਵਿਸ਼ਵਾਸ ਰੱਖਣਾ ਚਾਹੀਦਾ ਹੈ। ਇਹ ਦੋ ਕਾਰਨ ਹੈ ਜਿਹਦੇ ਕਰਕੇ ਕੱਟੜਤਾ ਜਿਹੜੀ ਹੈ ਉਹ ਚਾਲੂ ਹੋ ਰਹੀ ਹੈ। ਔਰ ਹੁਣ ਮੈਂ ਇੱਕ ਛੋਟਾ ਜਿਹਾ ਥੋੜੀ ਜਿਹੀ ਹੋਰ ਮੈਂ ਤੁਹਾਨੂੰ ਗੱਲ ਦੱਸਾਂ ਕਿ ਕਿਸੇ ਧਰਮ ਦਾ ਧਾਰਮਿਕ ਸਥਾਨ ਦਾ ਜੋ ਸੰਚਾਲਕ ਹੈ ਉਹ ਕੰਪਲੇਨ ਕਰ ਰਿਹਾ ਕਿਸੇ ਕੋਲ, ਦੇਖੋ ਭਾਈ ਲੋਕੀ ਸਾਡੇ ਧਰਮ ਸਥਾਨ ਤੇ ਆ ਤਾਂ ਜਾਂਦੇ ਆ ਪਰ ਸਾਡੀ ਧਰਮ ਪੁਸਤਕ ਨੂੰ ਉਹ ਸਮਝਦੇ ਨਹੀਂ ਹੈ, ਉਹਨੂੰ ਅੰਡਰਸਟੈਂਡ ਹੀ ਨਹੀਂ ਕਰਦੇ। ਉਹ ਜਿਹੜਾ ਫਰੈਂਡ ਸੀ ਉਹ ਥੋੜਾ ਜਿਹਾ ਉਹ ਕਹਿਣ ਲੱਗਾ ਬਾਬਾ ਤੂੰ ਸ਼ੁਕਰ ਕਰਕੇ ਤੇਰੀ ਧਰਮ ਪੁਸਤਕ ਨੂੰ ਕੋਈ ਸਮਝਦਾ ਨਹੀਂ ਹੈ, ਜੇ ਸਮਝਣ ਲੱਗ ਗਿਆ ਨਾ ਤੇ ਉਹ ਇਹਨੂੰ ਛੱਡ ਜਾਣਗੇ ਕਿਉਂਕਿ ਇਹਦੇ ਵਿੱਚ ਬਹੁਤ ਕੁਛ ਗੜਬੜ ਵਾਲੀ ਗੱਲ ਹੈ। ਥੈਂਕ ਯੂ ਵੈਰੀ ਮਚ। ਬਹੁਤ ਸ਼ੁਕਰੀਆ ਖੁਸ਼ੀਰਾਮ ਜੀ। ਗੁਰਸ਼ਰਨ ਜੀ ਕੁਛ ਕਹਿਣਾ ਚਾਹੁੰਦੇ ਹੋ ਜੀ? ਨਹੀਂ, ਜੋ ਇਹਨਾਂ ਨੇ ਕਿਹਾ ਉਹ ਗੱਲਾਂ ਬਿਲਕੁਲ ਸਹੀ ਨੇ ਤੇ ਮੇਰੇ ਖਿਆਲ 'ਚ ਜਿੱਦਾਂ ਅਸੀਂ ਅੱਜ ਜਿਹੜਾ ਟੌਪਿਕ ਲਿਆ ਉਹਦੇ ਮੁਤਾਬਕ ਮੈਂ ਪ੍ਰੋੜਤਾ ਕਰਦਾ ਕਿ ਜੋ ਕੁਛ ਇਹਨਾਂ ਨੇ ਕਿਹਾ ਉਹ ਬਿਲਕੁਲ ਸਹੀ ਸ਼ਬਦ ਨੇ। ਸਾਡੇ ਸੁਣਨ ਵਾਲਿਆਂ ਨੂੰ ਮੈਂ ਕਹੂੰਗੀ ਕਿ ਜੇ ਕੋਈ ਸਵਾਲ ਤੁਸੀਂ ਕਰਨਾ ਗੁਰਸ਼ਰਨ ਜੀ ਨੂੰ ਸਿੱਧਾ ਵੀ ਪੁੱਛ ਸਕਦੇ ਹੋ। ਗੁਰਦੀਪ ਜੀ। ਭੈਣ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਨੂੰ ਲੱਗਦਾ ਨਾ ਵੀ ਜਿੱਦਾਂ ਹੁਣ ਨਾ ਮੇਨ ਜਿਹੜੀ ਪ੍ਰੋਬਲਮ ਜਿੱਥੇ ਖੜੀ ਆ, ਜੇ ਮੈਂ ਹਿੰਦੂ ਛੱਡ ਕੇ ਮੁਸਲਮਾਨ ਬਣਦਾ ਜਾਂ ਮੁਸਲਮਾਨ ਸਿੱਖ ਛੱਡ ਕੇ ਈਸਾਈ ਬਣਦਾ ਉਹ ਕੋਈ ਸਮੱਸਿਆ ਨਹੀਂ ਹੈ। ਅੱਛਾ। ਕਿਉਂਕਿ ਉਹ ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਉਹਦੇ ਵਿੱਚ ਮੇਰਾ ਕੋਈ ਫਾਇਦਾ ਨਹੀਂ ਜਾਂ ਕੋਈ ਮੇਰਾ ਵਿਕਾਸ ਨਹੀਂ ਹੋਇਆ। ਮੈਂ ਉੱਥੇ ਦਾ ਉੱਥੇ ਹੀ ਫਸਿਆ ਹੋਇਆ। ਫਿਰ ਵੀ ਜੇ ਮੈਂ ਸਿੱਖ ਛੱਡ ਕੇ ਈਸਾਈਆਂ 'ਚ ਵੀ ਆ ਜਾਂਦਾ ਉਹ ਸਿਰਫ ਉਸ ਦੁਕਾਨ ਨੂੰ ਫਰਕ ਪੈ ਰਿਹਾ। ਉਹਦੀ ਦੁਕਾਨ ਦਾ ਇੱਕ ਗਾਹਕ ਘਟ ਗਿਆ, ਉਹਦਾ ਗਾਹਕ ਘਟ ਕੇ ਦੂਜੇ ਪਾਸੇ ਚਲਾ ਗਿਆ, ਉਹ ਤਾਂ ਚੀਕਾਂ ਮਾਰਦਾ ਆ ਕਿਉਂਕਿ ਉਹਨੂੰ ਭੀੜ ਚਾਹੀਦੀ ਕਿ ਮੇਰੇ ਮਗਰ ਜਿਹੜੀ ਭੀੜ ਆ ਉਹ ਕਿਤੇ ਘਟ ਨਾ ਜਾਵੇ। ਅਸਲ ਵਿੱਚ ਜਿਹੜਾ ਮੁੱਦਾ ਹੈ, ਜੇ ਅਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਮਹਾਨ ਮੰਨਦੇ ਹਾਂ, ਮਹਾਨਤਾ ਉਸ ਬੰਦੇ ਨੂੰ ਕਿਹਾ ਜਾਂਦਾ ਜਿਹੜਾ ਕੁਛ ਨਵਾਂ ਕ੍ਰੀਏਟ ਕਰਕੇ ਦੇਵੇ, ਉਹ ਹੁੰਦਾ ਲੇਜੈਂਡ। ਤੇ ਜੇ ਅਸੀਂ ਇਹ ਕਹਿੰਦੇ ਆ ਵੀ ਰੱਬ ਇੱਕ ਹੈ, ਜਿੱਦਾਂ ਹੁਣ ਈਸਾਈ ਕੀ ਕਹਿੰਦੇ ਆ ਵੀ ਗੋਡ ਇਜ਼ ਵਨ, ਉਹ ਵੀ ਕਹਿੰਦੇ ਅੱਲਾ ਇੱਕ ਆ, ਤੇ ਹਿੰਦੂ ਵੀ ਕਹਿੰਦੇ ਆ। ਜੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹੀ ਕਹਿਤਾ ਕਿ ਪ੍ਰਮਾਤਮਾ ਇੱਕ ਆ ਤਾਂ ਫਿਰ ਉਹ ਫਰਕ ਕੀ ਹੋਇਆ, ਤਾਂ ਉਸੇ ਲਾਈਨ 'ਚ ਖੜ ਗਏ ਜੀ। ਇਹ ਨਹੀਂ ਗੱਲ ਹੈਗੀ। ਗੁਰੂ ਨਾਨਕ ਪਾਤਸ਼ਾਹ ਨੇ ਬਿਲਕੁਲ ਵੱਖਰਾ ਰਾਹ ਦਿੱਤਾ। ਉਹ ਜਿਹੜਾ ਉਹ ਰੱਬ ਸੀਗਾ ਉਹਨੂੰ ਮਾਰ ਕੇ ਇਹਨਾਂ ਨੇ ਕਰਤਾ ਪੁਰਖ ਕਿਹਾ। ਹੁਣ ਮੇਰੀ ਗੱਲ ਜਿਹੜੀ ਮੇਨ ਪ੍ਰੋਬਲਮ ਸਾਡੀ ਕਿੱਥੇ ਖੜ ਗਈ ਆ, ਜਿੰਨੇ ਵੀ ਹੁਣ ਤੱਕ ਦੇ ਪ੍ਰਚਾਰਕ ਹੋਏ ਆ ਜਿਨ੍ਹਾਂ ਨੇ ਪ੍ਰਚਾਰ ਕੀਤਾ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦਾ ਮੋਢਾ ਵਰਤਿਆ ਕਿ ਸ਼ਬਦ ਤਾਂ ਮੈਂ ਹੁਣ ਜਿੱਦਾਂ ਮੈਂ ਕਿਹਾ ਕਰਤਾ ਪੁਰਖ ਸ਼ਬਦ ਤਾਂ ਮੈਂ ਉਹਨਾਂ ਦਾ ਲੈ ਲਿਆ, ਜਿਹੜੀ ਅਗਲੀ ਮੇਰੀ ਵਿਆਖਿਆ ਹੋਣੀ ਉਹ ਮੇਰੀ ਆ, ਉਹ ਤੇ ਜਿਹੜਾ ਮਰਜ਼ੀ ਟਿੱਪਣੀ ਕਰੇ। ਉਹਨਾਂ ਨੇ ਕਿਹਾ ਨਹੀਂ ਗੁਰੂ ਨਾਨਕ ਪਾਤਸ਼ਾਹ ਏਦਾਂ ਕਹਿ ਰਹੇ ਆ। ਇਸ ਕਰਕੇ ਜੇ ਵੈਸੇ ਬੰਦੇ ਨੂੰ ਸਮਝ ਵੀ ਲੱਗਦੀ ਨਾ ਗੱਲ ਦੀ ਕ੍ਰੋਸ ਕੁਐਸਚਨ ਤਾਂ ਉਹ ਡਰਦਾ ਹੀ ਨਹੀਂ ਕਰਦਾ ਵਿਚਾਰਾ ਵੀ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਆ, ਮੈਂ ਕਿੱਦਾਂ ਕਹਾਂ। ਹੁਣ ਕਰਤਾ ਪੁਰਖ ਆ ਜਿਹੜਾ ਹੁਣ ਜਿਹੜੀ ਮੈਂ ਵਿਆਖਿਆ ਕਰੂੰਗਾ ਉਹ ਤੇ ਤੁਸੀਂ ਟਿੱਪਣੀ ਕਰ ਦਿਓ ਭਾਵੇਂ, ਕੋਈ ਪ੍ਰੋਬਲਮ ਨਹੀਂ ਹੈ। ਕਰਤਾ ਪੁਰਖ ਯਾਨੀ ਪੁਰਖ ਮਤਲਬ ਇਨਸਾਨ, ਕਰਨੇ ਵਾਲਾ ਬੰਦਾ। ਜੋ ਕੁਛ ਵੀ ਕੀਤਾ ਇਸ ਦੁਨੀਆ ਤੇ ਇਹ ਸਾਇੰਸ ਦੇ ਹਿਸਾਬ ਨਾਲ ਵੀ ਇੱਕ ਵਧੀਆ ਅੱਜ ਦੇ ਢੁੱਕਦਾ ਸਮੇਂ ਤੇ ਵੀ ਕਿ ਜਿੰਨਾ ਕੁਛ ਕੀਤਾ ਇਹ ਬੰਦੇ ਨੇ ਕੀਤਾ। ਜਹਾਜ਼ ਉੱਪਰ ਉੱਡਦੇ ਜਹਾਜ਼, ਰਾਕਟ, ਟਰੱਕ, ਕਾਰਾਂ, ਬੱਸਾਂ, ਕੋਈ ਇਹੋ ਜਿਹੀ ਚੀਜ਼ ਹੈ ਹੀ ਨਹੀਂ ਜਿਹੜੀ ਇਨਸਾਨ ਨੇ ਨਹੀਂ ਬਣਾਈ। ਇਹਦਾ ਮਤਲਬ ਉਧਰੋਂ ਠਾ ਕੇ ਬਾਬੇ ਨੇ ਇੱਧਰ ਲਾਇਆ ਸੀ, ਇੱਕ ਲਾਈਨ ਖਿੱਚੀ ਸੀ ਕਿ ਜਿਹੜੇ ਇੱਧਰਲੇ ਪਾਸੇ ਬੰਦੇ ਆ ਉਹ ਆਹ ਸੋਚਣ ਕਿ ਬੰਦਾ ਹੀ ਕਰਨੇ ਵਾਲਾ ਆ, ਇਹੀ ਇਹਦਾ ਹੀ ਆ ਇਹ ਜੋ ਮੰਗ। ਗੁਰਦੀਪ ਜੀ ਥੋੜਾ ਜਿਹਾ ਬਰੀਫ ਚ ਰੱਖੀਏ, ਬਹੁਤ ਸਾਰੇ ਲਿਸਨਰਸ ਹੈ ਜਿਹੜੇ ਗੱਲ ਕਰਨਾ ਚਾਹੁੰਦੇ। ਹਾਂਜੀ ਓਕੇ ਜੀ, ਬਸ ਇੰਨਾ ਹੀ ਕਹਿਣਾ ਸੀਗਾ ਵੀ ਮਤਲਬ ਦਿਮਾਗ ਹੀ ਆ ਤੁਹਾਡਾ, ਇਹਨੂੰ ਜਿੱਧਰ ਮਰਜ਼ੀ ਲਾ ਲਓ ਜੀ। ਧੰਨਵਾਦ ਤੁਹਾਡਾ। ਬਹਾਦਰ ਸਿੰਘ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਬਾਜੀ ਦੀਆਂ ਗੱਲਾਂ ਬਹੁਤ ਵਧੀਆ, ਖੁਦ ਮੈਂ ਸਿਹਤ ਨਹੀਂ ਠੀਕ ਕਰਕੇ ਗੱਲ ਨਹੀਂ ਕਰ ਸਕਿਆ। ਇੱਕ ਪਿੱਛੇ ਗੱਲ ਆਈ ਬਈ ਭਾਜੀ ਹੋਣੀ ਮੇਰੇ ਘਰ ਉਧਰੋਂ ਆ ਰਹੇ ਸੀ ਮੁੱਲਾ ਪਰਸੋਂ, ਮੈਨੂੰ ਤਾਂ ਫਿਕਰ ਪਿਆ ਉਹਨਾਂ ਮੁੱਲਾ ਪਰਸੋਂ ਮੇਰੇ ਘਰ। ਬਹਾਦਰ ਸਿੰਘ ਜੀ ਸਿਹਤ ਠੀਕ ਨਹੀਂ, ਗੱਲ ਨਹੀਂ ਤੁਸੀਂ ਕਰ ਪਾ ਰਹੇ, ਕੋਈ ਗੱਲ ਨਹੀਂ, ਆਪਾਂ ਫਿਰ ਕਿਸੇ ਦਿਨ ਗੱਲ ਕਰ ਲੈਂਦੇ ਹਾਂ, ਰੈਸਟ ਕਰੋ ਪਲੀਜ਼। ਹਾਂਜੀ ਥੈਂਕ ਯੂ। ਥੈਂਕ ਯੂ। ਜਸਵੀਰ ਸਿੰਘ ਜੀ। ਧੰਨਵਾਦ ਸਰਦਾਰਨੀ। ਸਰਦਾਰ ਉਹਨਾਂ ਨੂੰ ਸਵਾਲ ਹੈ ਜੀ ਕਿ ਜੇ ਮਨੁੱਖ ਧਰਮ ਦੀ ਇਹਨਾਂ ਪ੍ਰਕਿਰਿਆਵਾਂ ਜਿੰਨੀਆਂ ਵੀ ਵੱਖਰੇ ਵੱਖਰੇ ਮਜ਼ਹਬਾਂ ਦੇ ਵਿੱਚ ਜਾਂ ਧਰਮਾਂ ਦੇ ਵਿੱਚ, ਮੇਰਾ ਖਿਆਲ ਮਜ਼ਹਬ ਸ਼ਬਦ ਗਲਤ ਹੈ, ਧਰਮਾਂ 'ਚ ਚੱਲਦੀਆਂ ਨੇ, ਅਗਰ ਮਨੁੱਖ ਉਹਨੂੰ ਛੱਡਣਾ ਚਾਹੇ ਜੀ
ਤਾਂ ਉਹਦੇ ਕੋਲੇ ਹੋਰ ਕੀ ਬਦਲਾਅ ਹੈ ਕਿ ਉਹ ਜਿਹੜੇ ਵਿਸ਼ਵਾਸਾਂ ਨਾਲ ਜੀਵਨ ਨੂੰ ਚੰਗੇ ਚਲਾਉਣ ਦੀ ਖਾਹਿਸ਼ ਵਿੱਚ ਹੈ, ਤੇ ਉਹ ਫਿਰ ਇਹਨੂੰ ਛੱਡ ਕੇ ਜਿਹੜੀ ਇਹ ਮਤਲਬ ਆਪਹੁਦਰੀ, ਧੱਕੇਬਾਜ਼ੀ ਜਾਂ ਜ਼ਬਰਦਸਤੀ ਠੋਸਣ ਦੀ ਪ੍ਰਕਿਰਿਆ ਨੂੰ ਛੱਡ ਕੇ ਫਿਰ ਉਹ ਆਪਣੀ ਜਿਹੜੀ ਮਾਨਸਿਕ ਉਹਦੀਆਂ ਕਿਰਿਆਵਾਂ ਨੇ ਜਾਂ ਜੀਵਨ ਨੂੰ ਜਿਉਣ ਦੇ ਤਰੀਕੇ ਨੇ, ਉਹਦਾ ਫਿਰ ਉਹ ਆਲਟਰਨੇਟਿਵ ਕੀ ਲੱਭੇ। ਇੱਕ ਤਾਂ ਮੈਂ ਇਹ ਸਵਾਲ ਕਰਦਾ, ਇੱਕ ਹੋਰ ਕਰਕੇ ਮੈਂ ਬੰਦ ਕਰਦਾ। ਦੂਸਰਾ ਇਹ ਹੈ ਕਿ ਜੇ ਧਰਮ ਦੇ ਵਿੱਚ ਮਨੁੱਖ, ਅੱਜ ਕੱਲ੍ਹ ਕਈ ਇੱਦਾਂ ਦੀਆਂ ਪ੍ਰਸਥਿਤੀਆਂ ਆਉਂਦੀਆਂ ਨੇ ਕਿ ਜੀ ਜਿਹੜੇ ਬਿਮਾਰ ਲੋਕ ਨੇ ਅਗਰ ਉਹ ਅਰਦਾਸ ਕਰਦੇ ਨੇ ਤਾਂ ਉਹਨਾਂ ਦੇ ਵਿੱਚ ਮਾਨਸਿਕ ਜਿਹੜੀਆਂ ਸਥਿਤੀਆਂ ਤਬਦੀਲ ਹੋਣ ਦੇ ਸਿੰਪਟਮਸ ਜਿਹੜੇ ਨੇ ਵੇਖੇ ਗਏ ਨੇ। ਕੀ ਉਹ ਅਰਦਾਸ ਜਿਹੜੀ ਹੈ ਉਹ ਧਰਮ ਹੈ, ਜਾਂ ਉਹ ਅਰਦਾਸ ਜਿਹੜੀ ਹੈ ਉਹ ਇੱਕ ਮਨੁੱਖੀ ਜਜ਼ਬਾਤਾਂ ਦਾ ਆਪਣੇ ਆਪ ਦੇ ਵਿੱਚ ਸੰਤੁਸ਼ਟੀ ਕਰਨ ਦਾ ਪ੍ਰਗਟਾਵਾ? ਧੰਨਵਾਦ ਤੁਹਾਡਾ। ਗੁਰਸ਼ਰਨ ਜੀ, ਸਵਾਲ ਸਪਸ਼ਟ ਨੇ ਇਹਨਾਂ ਦੇ? ਮੈਨੂੰ ਜਿਹੜਾ ਪਹਿਲਾ ਸਵਾਲ ਹੈ ਉਹਦਾ ਜਵਾਬ ਇਹ ਹੈ ਕਿ ਇਹ ਅਸਲ 'ਚ ਜਿੰਨਾ ਚਿਰ ਅਸੀਂ ਦੂਜੇ ਰਸਤੇ ਤੇ ਚੱਲਦੇ ਨਹੀਂ ਨਾ, ਸਾਨੂੰ ਸਮਝ ਨਹੀਂ ਆਉਂਦੀ ਕਿ ਜਿਹੜੀਆਂ ਪਿਛਲੇ ਸਾਡੇ ਕਾਰ ਵਿਹਾਰ ਨੇ ਉਹਨਾਂ ਨੂੰ ਕਿਵੇਂ ਛੱਡਿਆ ਜਾ ਸਕਦਾ ਹੈ। ਹੁਣ ਫਾਰ ਐਗਜ਼ਾਮਪਲ ਮੈਂ ਹਾਂ, ਤਾਂ ਮੈਂ ਕਿਸੇ ਟਾਈਮ ਤੇ ਬੜਾ ਧਾਰਮਿਕ ਸੀ, ਤੇ ਜੇ ਮੈਂ ਹੁਣ ਧਾਰਮਿਕ ਨਹੀਂ ਰਿਹਾ ਤੇ ਮੇਰਾ ਜੀਵਨ ਉਸੇ ਤਰ੍ਹਾਂ ਹੀ ਚੱਲ ਰਿਹਾ, ਮੈਨੂੰ ਕੋਈ ਫਰਕ ਨਹੀਂ ਪਿਆ। ਦੂਜਾ ਸਵਾਲ ਜਿਹੜਾ ਇਹਨਾਂ ਨੇ ਅਰਦਾਸ ਬਾਰੇ ਕੀਤਾ, ਵੇਖੋ ਮੈਂ ਕੋਈ ਜ਼ਰੂਰੀ ਨਹੀਂ ਕਿ ਮੈਂ ਕਹਿੰਦਾ ਕਿ ਜੇਕਰ ਕਿਸੇ ਨੂੰ ਅਰਦਾਸ ਕਰਕੇ ਕੁਝ ਫਾਇਦਾ ਹੁੰਦਾ ਤੇ ਉਹ ਕਰ ਲਵੇ, ਪਰੰਤੂ ਮੈਂ ਇਹਦਾ ਸਾਇੰਟਿਫਿਕ ਇੱਕ ਕਾਰਨ ਦੱਸਦਾ ਕਿ ਜੇ ਇਹ ਚੀਜ਼ ਸਾਇੰਟਿਫਿਕ ਹੋਵੇ ਤਾਂ ਹਰ ਬੰਦੇ ਦੇ ਉੱਤੇ ਅਰਦਾਸ ਦਾ ਅਸਰ ਹੋਣਾ ਚਾਹੀਦਾ। ਅਰਦਾਸ ਦਾ ਅਸਰ ਵੀ ਉਸੇ ਬੰਦੇ ਤੇ ਹੁੰਦਾ ਹੈ ਜਿਹਦੇ ਉੱਤੇ ਦਵਾਈ ਅਸਰ ਕਰ ਰਹੀ ਹੁੰਦੀ ਹੈ। ਜੇ ਦਵਾਈ ਅਸਰ ਨਹੀਂ ਕਰ ਰਹੀ, ਮੈਂ ਹੋਰ ਸਿੰਪਲ ਕਰ ਦੇਣਾ, ਮੰਨ ਲਓ ਜਿਹੜਾ ਕੈਂਸਰ ਦਾ ਪੇਸ਼ੈਂਟ 3 ਸਟੇਜ ਤੇ ਹੈ, 4 ਸਟੇਜ ਤੇ ਹੈ, ਉਹਦੇ ਉੱਤੇ ਅਰਦਾਸ ਕਰਕੇ ਵੇਖ ਲਓ। ਜੇ ਅਰਦਾਸ ਕੰਮ ਕਰਦੀ ਹੋਏਗੀ ਤੇ ਤੁਸੀਂ ਕਰੀ ਜਾਇਓ ਅਰਦਾਸ। ਅਰਦਾਸ ਦੇ ਨਾਲ ਜਦੋਂ ਦਵਾਈ ਖਾਂਦੇ ਹੋ, ਅਸੀਂ ਦਵਾਈ ਨੂੰ ਭੁੱਲ ਜਾਂਦੇ ਹਾਂ, ਅਸੀਂ ਅਰਦਾਸ ਨੂੰ ਯਾਦ ਰੱਖਦੇ ਜੀ। ਸੋ ਇਹ ਵਿਲ ਪਾਵਰ ਜਿਹੜੀ ਹੈ, ਇਹ ਇੱਕ ਹੱਦ ਤੱਕ ਜਿਹੜੀ ਹੈ ਇਹ ਨਾਸਤਕਾਂ 'ਚ ਵੀ ਹੁੰਦੀ ਜੇ। ਵਿਲ ਪਾਵਰ ਨਾਸਤਕਾਂ 'ਚ ਵੀ ਹੋ ਸਕਦੀ ਹੈ, ਔਰ ਇਹ ਵਿਲ ਪਾਵਰ ਕਿਸੇ ਇੱਕ ਹੱਦ ਤੱਕ ਹੀ ਬੰਦੇ ਦਾ ਸਾਥ ਦਿੰਦੀ ਹੈ। ਜਦੋਂ ਰੋਗ ਇੱਕ ਸੀਮਾ ਤੋਂ ਵੱਧ ਜਾਂਦੇ ਨੇ, ਫਿਰ ਨਾ ਦਵਾਈ ਅਸਰ ਕਰਦੀ ਹੈ, ਨਾ ਅਰਦਾਸ ਅਸਰ ਕਰਦੀ ਹੈ। ਜੀ, ਸ਼ੁਕਰੀਆ ਤੁਹਾਡਾ ਇਸ ਸਵਾਲ ਦੇ ਜਵਾਬ ਦੇ ਲਈ। ਇੱਕ ਸਾਡੇ ਲਿਸਨਰ ਨਿਊਜ਼ੀਲੈਂਡ ਤੋਂ ਜੁੜੇ ਨੇ, ਨਵਤੇਜ ਰੰਧਾਵਾ ਜੀ। ਹਾਂਜੀ ਨਵਤੇਜ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਨਵਜੋਤ ਜੀ ਤੇ ਡਾਕਟਰ ਸਾਹਿਬ, ਬੜਾ ਇੰਟਰਸਟਿੰਗ ਟੌਪਿਕ ਹੈ। ਮੇਰਾ ਸਵਾਲ ਹੈ, ਆਸਥਾ ਤੇ ਆਸਤਿਕਤਾ ਜਿਹੜੀ ਹੈ ਉਸ ਨੂੰ ਲੈ ਕੇ ਬਹੁਤ ਵਾਰ ਇਹ ਵਿਵਾਦ ਛਿੜ ਪੈਂਦਾ ਹੈ ਕਿ ਜਦੋਂ ਬੰਦਾ ਗਰੀਬ ਹੁੰਦਾ ਹੈ ਤੇ ਉਸ ਦਾ ਰੱਬ ਦੇ ਉੱਤੇ ਵਿਸ਼ਵਾਸ ਬਹੁਤ ਜ਼ਿਆਦਾ ਰਹਿੰਦਾ, ਜਿਵੇਂ ਜਿਵੇਂ ਉਹ ਅਮੀਰ ਹੁੰਦਾ ਚੁੱਪ ਹੁੰਦਾ ਜਾਂਦਾ ਤੇ ਰੱਬ ਜਿਹੜਾ ਹੈ ਉਹਦੇ ਲਈ ਜੱਬ ਬਣਦਾ ਜਾਂਦਾ। ਸੋ ਇਹ ਬਹੁਤ ਵਾਰ ਫਿਰ ਇੱਕ ਸਟੇਜਸ ਦੇ ਵਿੱਚ ਕਿਹਾ ਜਾਂਦਾ ਕਿ ਫਿਰ ਉਹ ਹੀਟ ਸਪਿਰਿਚੁਅਲ ਬੈਲੈਂਸ ਜਿਹੜਾ ਉਹ ਲੈਣ ਦੇ ਲਈ ਫਿਰ ਦੁਬਾਰਾ ਜਿਹੜਾ ਆਪਣੇ ਆਪ ਨੂੰ ਬੈਲੈਂਸ ਕਰਨ ਤੁਰ ਪੈਂਦਾ। ਲੇਕਿਨ ਜਾਗਰੂਕ ਹੋ ਕੇ ਨੈਚੁਰਲੀ ਉਹਨਾਂ ਦਾ ਜਿਹੜਾ ਉਸ ਸਮੇਂ ਕੀਤਾ, ਖਾਸ ਕਰਕੇ ਉਹਨਾਂ ਨੇ ਜਿਹੜਾ ਅਨੁਭਵ ਕੀਤਾ ਹੁੰਦਾ, ਉਹਨੂੰ ਲੈ ਕੇ ਉਹ ਅਲੱਗ ਤਰੀਕੇ ਦੇ ਨਾਲ ਜਿਹੜਾ ਧਰਮ ਨੂੰ ਦੇਖਦਾ। ਤੁਸੀਂ ਕੀ ਸੋਚਦੇ ਹੋ? ਹਾਂਜੀ ਡਾਕਟਰ ਸਾਹਿਬ, ਮੈਂ ਇਹ ਸੋਚਦਾ ਕਿ ਜਿਹੜਾ ਗਰੀਬ ਬੰਦਾ ਹੁੰਦਾ ਨਾ ਜੀ, ਉਹ ਅੰਧ ਵਿਸ਼ਵਾਸੀ ਹੁੰਦਾ, ਔਰ ਜਿਹੜਾ ਮਿਡਲ ਕਲਾਸ ਵਾਲੇ ਲੋਕ ਨੇ ਇਹ ਕੱਟੜ ਹੁੰਦੇ ਨੇ, ਔਰ ਜਿਹੜੇ ਅਮੀਰ ਲੋਕ ਹੁੰਦੇ ਨੇ ਧਰਮ ਉਹਨਾਂ ਲਈ ਖੇਖਣ ਹੁੰਦਾ। ਹਾਂਜੀ ਸੈਮ ਜੀ, ਮਿਸਟਰ ਪੌਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੈਂ ਕਹਿੰਦਾ ਜਿਹੜਾ ਫੈਮਿਲੀ ਸੋਸ਼ਲ ਰਿਲੀਜੀਅਸ ਸੈਂਸ ਆ, ਇਹ ਸੈਕਰੀਫਾਈਸ ਆਈਡੀਓਲੋਜੀ ਹੈਗੀ ਹੈ ਨਾ, ਵੀ ਆਪਾਂ ਨੂੰ ਸੈਟਿਸਫੈਕਸ਼ਨ ਦਿੰਦੀ ਹੈ ਵੀ ਆਪਾਂ ਸੈਕਰੀਫਾਈਸ ਕਰੀਏ ਤਾਂ ਕਿ ਦੁਨੀਆ ਵਧੀਆ ਇਹ ਹੋ ਸਕੇ ਨਾ। ਇੱਕ ਆਈਡੀਓਲੋਜੀ ਹੈਗੀ ਆ ਉਹ ਕਰਪਟ ਹੈਗੀ ਹੈ ਨਾ, ਉਹ ਇਕਨੋਮਿਕ ਬੇਸ ਹੈਗੀ ਹੈ ਵੀ ਇਹ ਜਿਹੜੀ ਅੱਜ ਕੱਲ੍ਹ ਇਕਨੋਮਿਕ ਬੇਸ ਆ, ਹਾਊ ਦੇ ਕੈਨ ਕੰਪੀਟੀਟ। ਵੀ ਹੁਣ ਫਾਰ ਐਗਜ਼ਾਮਪਲ ਹੁਣ ਆਪਾਂ ਨੂੰ ਬੱਚਿਆਂ ਨੂੰ ਕਹੀਏ ਵੀ ਅਸੀਂ
ਬੱਚੇ ਪੈਦਾ ਕਰਕੇ ਉਹਨਾਂ ਨੂੰ ਪਾਲ ਕੇ ਉਹਨਾਂ ਨੂੰ ਪੜ੍ਹਾ ਕੇ ਉਹਨਾਂ ਨੂੰ ਬੜੀ ਆਪਾਂ ਨੂੰ ਸੈਟਿਸਫੈਕਸ਼ਨ ਹੁੰਦੀ, ਚਾਹੇ ਆਪਾਂ ਜਿੱਦਾਂ ਮਰਜ਼ੀ ਆਪਾਂ। ਥੋੜਾ ਜਿਹਾ ਸਪੈਸੀਫਿਕ ਸਵਾਲ ਕਰ ਲਓ ਜੇ ਹੈਗਾ ਤਾਂ ਪਲੀਜ਼। ਹਾਂਜੀ, ਬਾਕੀ ਹੁਣ ਜਿਹੜਾ ਦੂਜੇ ਪਾਸੇ, ਹੁਣ ਇੱਕ ਪਾਸੇ ਕਹਿੰਦੇ ਸੇਮ ਸੈਕਸ ਮੈਰਿਜ ਕਰਾਓ, ਫਿਰ ਉਹਦਾ ਆਪਰੇਸ਼ਨ ਕਰਾ ਕੇ ਬੱਚੇ ਪੈਦਾ ਕਰੋ, ਫਿਰ ਉਹ ਪਤਾ ਨਹੀਂ ਉਹਦਾ ਕੀ ਕੁਛ ਉਹਦਾ ਹੋਊਗਾ ਪਿੱਛੋਂ ਨਾ ਹੋਊ। ਮਿਸਟਰ ਪੌਲ, ਕੀ ਪੁੱਛਣਾ ਚਾਹੁੰਦੇ ਤੁਸੀਂ? ਨਹੀਂ, ਤੁਸੀਂ ਗੱਲ ਤਾਂ ਕਮੈਂਟ ਕਰ ਲੈਂਦੇ। ਮੈਂ ਓਨੈਸਟਲੀ ਦੱਸਾਂ ਕਿ ਸਮਾਂ ਬਹੁਤ ਥੋੜਾ, ਇਸ ਲਈ ਮੈਂ ਕਹਿੰਦੀ ਹਾਂ ਕਿ ਬਰੀਫ ਰੱਖੋ ਸਵਾਲ, ਮੈਂ ਤੁਹਾਡਾ ਲੈ ਰਹੀ ਹਾਂ। ਹਾਂਜੀ, ਇਹੀ ਮੈਂ ਕਹਿਣਾ ਚਾਹੁੰਦਾ ਵੀ ਇੱਕ ਪਾਸੇ ਆਈਡੀਓਲੋਜੀ ਕਹਿੰਦੀ ਵੀ ਬੱਚੇ ਵੀ ਉਹ ਸੇਮ ਸੈਕਸ ਮੈਰਿਜ ਕਰਾਓ, ਫਿਰ ਆਪਰੇਸ਼ਨ ਕਰਾਓ, ਫਿਰ ਬੱਚੇ ਪੈਦਾ ਕਰੋ, ਫਿਰ ਤੁਹਾਨੂੰ ਖੁਸ਼ੀ ਮਿਲੂਗੀ, ਤੇ ਨਾ ਕਿ ਤੁਸੀਂ ਜਿਹੜਾ ਪਹਿਲਾਂ ਲੋਕ ਕਹਿੰਦੇ ਵੀ ਨਾ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ ਸੀ, ਬੱਚੇ ਪੈਦਾ ਕਰੋ ਤੇ ਆਪਣਾ ਉਹਨਾਂ ਦੀ ਕੇਅਰ ਕਰੋ, ਉਹ ਤੁਹਾਨੂੰ ਵੀ ਉਹਦੇ ਨਾਲ ਵੱਡੀ ਖੁਸ਼ੀ ਹੋਰ ਕੋਈ ਨਹੀਂ ਮਿਲ ਸਕਦੀ। ਵੀ ਉਹ ਹਾਊ ਦੇ ਕੈਨ ਵੀ ਜਿਹੜਾ ਕੰਪੀਟ ਕਰ ਸਕਦਾ ਜਿਹੜਾ ਸੈਕਰੀਫਾਈਸ ਬੇਸ ਆਈਡੀਓਲੋਜੀ ਹੈ, ਇਕਨੋਮਿਕ ਬੇਸ ਸਿਸਟਮ ਜੋ ਥੈਂਕ ਯੂ ਸੋ ਮਚ ਮਿਸਟਰ ਪੌਲ। ਸਵਾਲ ਤੁਹਾਡਾ ਥੋੜਾ ਜਿਹਾ ਉਲਝਿਆ ਹੋਇਆ ਸੀ ਮੈਨੂੰ ਲੱਗਦਾ। ਮੈਂ ਇੱਕ ਬੇਨਤੀ ਕਰਦੀ ਹਾਂ, ਮੇਰੇ ਕੋਲ ਟਾਈਮ ਹੈਗਾ ਥੋੜਾ, ਸਿਰਫ 2 ਮਿੰਟ ਲਈ ਮੇਰੇ ਨਾਲ ਡਾਕਟਰ ਗੁਰਸ਼ਰਨਜੀਤ ਸਿੰਘ ਹੋਰ ਨੇ, ਇੱਕੋ ਹੀ ਕਾਲ ਲੈ ਸਕਦੀ ਹਾਂ, ਬਾਕੀ ਕਾਲਰਸ ਕੋਲੋਂ ਮੈਂ ਮਾਫੀ ਚਾਹੁੰਦੀ ਹਾਂ। ਸੈਮ ਜੀ। ਹਾਂਜੀ ਭੈਣ ਜੀ, ਨਿੱਕੇ ਹੁੰਦੇ ਨੂੰ ਮੈਂ ਆਪਣੇ ਬਾਪ ਨੂੰ ਦੇਖਿਆ ਬਈ ਕਿਸ ਹਿਸਾਬ ਨਾਲ ਮੱਥਾ ਟੇਕਦੇ, ਮਾਂ ਨੂੰ, ਆਪਣੀਆਂ ਸਿਸਟਰਸ ਨੂੰ, ਬਾਕੀ ਲੋਕਾਂ ਨੂੰ, ਬਜ਼ੁਰਗਾਂ ਨੂੰ। ਬੜੀ ਡੂੰਘੀ ਲੀਕ ਮੇਰੇ ਦਿਮਾਗ 'ਚ ਵੜ ਗਈ ਵੀ ਹੈ ਕੀ ਇਹ, ਮੈਂ ਕਿਵੇਂ ਨਿਕਲਾਂ ਇਹਦੇ ਚੋਂ, ਬੜਾ ਔਖਾ ਹੈ ਇਹਦੇ ਵਿੱਚ। ਇਹ ਤਾਂ ਇੱਕ ਮੈਂ ਕਹਿੰਦਾ ਅੱਗ ਦੇ ਦਰਿਆ ਚੋਂ ਨਿਕਲਣਾ ਵਾਲਾ ਕੰਮ ਆ। ਅੱਜ ਵੀ ਮੈਂ ਕਿਸੇ ਅਜਿਹੀ ਸਿਚੁਏਸ਼ਨ 'ਚ ਫਸ ਜਾਣਾ ਤੇ ਮੈਂ ਉਹ ਵਾਹਿਗੁਰੂ ਕਹਿੰਦਾ, ਕਿਉਂਕਿ ਮੈਨੂੰ ਸਿਖਾ ਰਿਹਾ ਇਹ ਗਿਆ। ਔਰ ਜਿਹੜੀ ਇਹ ਚੀਜ਼ ਆ, ਇਹਨੇ ਦੁਨੀਆ ਨੂੰ ਵਧੀਆ ਬਣਾਉਣ ਦੀ ਬਜਾਏ ਭਰਮਾਂ 'ਚ ਪਾਤਾ। ਔਰ ਸਵੇਰ ਤੋਂ ਲੱਗ ਕੇ ਸ਼ਾਮ ਤੱਕ ਬੰਬਾਰਡਮੈਂਟ ਹੁੰਦੀ ਆ, ਬੜਾ ਔਖਾ ਨਿਕਲਣਾ। ਜਾਂ ਤਾਂ ਇਹ ਚੀਜ਼ ਖਤਮ ਹੋਵੇ ਸਾਰੀ ਦੀ ਸਾਰੀ, ਨਹੀਂ ਤਾਂ ਆਮ ਮੇਰੇ ਅੱਗੇ ਬੰਦੇ ਨੂੰ ਨਿਕਲਣਾ ਔਖਾ ਆ। ਔਰ ਕਿਵੇਂ ਨਿਕਲਿਆ ਵੀ, ਅਗਰ ਜੇ ਮਾੜਾ ਮੋਟਾ ਇਹਦੇ ਤੇ ਦੱਸ ਦਿਓ ਵੀ ਇਹ ਸਿਚੁਏਸ਼ਨ 'ਚੋਂ ਕਿਵੇਂ ਨਿਕਲ ਜਾਵੇ। ਮੈਨੂੰ ਤਾਂ ਛੋਟੇ ਹੁੰਦੇ ਨੂੰ ਇਹੀ ਸਿਖਾਈ ਜਾਂਦੇ ਆ ਵੀ ਆਹ ਹੀ ਰੱਬ ਆ, ਇਹ ਕ੍ਰੀਏਟਰ ਆ, ਇਹ ਪਤਾ ਨਹੀਂ ਇਹ ਤੋਂ ਬਗੈਰ ਦਾ। ਥੈਂਕ ਯੂ ਸੈਮ ਜੀ, ਬਹੁਤ ਬਹੁਤ ਸ਼ੁਕਰੀਆ। ਬਾਕੀ ਸਾਰੇ ਲਿਸਨਰਸ ਕੋਲੋਂ ਮਾਫੀ ਚਾਹੁੰਦੀ ਹਾਂ, ਕਾਲਸ ਮੈਂ ਲੈ ਨਹੀਂ ਸਕਦੀ। ਡਾਕਟਰ ਗੁਰਸ਼ਰਨਜੀਤ ਸਿੰਘ ਜੀ। ਇਹ ਅਖੀਰਲੇ ਜਿਹੜੇ ਕਾਲਰ ਨੇ ਗੱਲ ਕੀਤੀ ਹੈ, ਇਹ ਬਿਲਕੁਲ ਹਕੀਕੀ ਗੱਲ ਹੈ। ਔਰ ਇਹ ਅਸੀਂ ਕਲਪਨਾ ਕਰੀਏ, ਇਮੈਜੀਨੇਸ਼ਨ ਕਰੀਏ ਤਾਂ ਇਹ ਸਮੱਸਿਆ ਗੁਰੂ ਨਾਨਕ ਸਾਹਿਬ ਨੂੰ ਹੀ ਆਈ ਹੋਏਗੀ, ਜਦੋਂ ਉਹਨਾਂ ਨੇ ਕੋਈ ਵੀ ਬੰਦਾ ਜਿਹੜਾ ਨਾ ਜਦੋਂ ਲੀਹ ਤੋਂ ਹਟ ਕੇ ਤੁਰਦਾ ਹੈ ਜੀ, ਉਹਦੇ ਲਈ ਆਸਾਨ ਨਹੀਂ ਹੁੰਦਾ। ਔਰ ਇਹ ਵੀ ਬਹਾਦਰੀ ਵਾਲੀ ਗੱਲ ਹੀ ਹੈ ਮੇਰੇ ਹਿਸਾਬ ਨਾਲ, ਤੇ ਬੜੀ ਸੂਰਮ ਗਤੀ ਵਾਲੀ ਗੱਲ ਹੈ ਕਿ ਦੁਨੀਆ ਤੋਂ ਵੱਖਰੇ ਹੋ ਕੇ ਚੱਲਣਾ। ਦੁਨੀਆ ਦੇ ਨਾਲ, ਦੁਨੀਆ ਦੀ ਭੀੜ ਦੇ ਵਿੱਚ ਭੇਡਾਂ ਸਾਰੀਆਂ ਚੱਲ ਸਕਦੀਆਂ, ਪਰ ਵੱਖਰੇ ਹੋ ਕੇ ਤੁਰਨ ਵਾਲੇ ਲੋਕ ਜਿਹੜੇ ਨੇ ਉਹੀ ਇਤਿਹਾਸ ਬਣਾਉਂਦੇ ਨੇ, ਉਹੀ ਜਿਹੜੇ ਨੇ ਸੂਰਮੇ ਗਿਣੇ ਜਾਂਦੇ ਨੇ। ਤੇ ਮੇਰਾ ਖਿਆਲ ਹੈ ਕਿ ਇਹ ਦਿਨੋਂ ਦਿਨ ਸਾਡੀ ਗਿਣਤੀ ਜਿਹੜੀ ਹੈ, ਭਾਵੇਂ ਕਿ ਬੜੀ ਸਲੋ ਹੈ ਇਹਨਾਂ ਲੋਕਾਂ ਦੀ, ਪਰੰਤੂ ਇਹ ਗਿਣਤੀ ਵੱਧ ਰਹੀ ਹੈ। ਔਰ ਫਿਊਚਰ ਦੀ ਸਾਰੀ ਉਮੀਦ ਇਸੇ ਗੱਲ ਤੇ ਹੈ ਕਿ ਲੋਕ ਜਿਹੜੇ ਨੇ ਅੰਧ ਵਿਸ਼ਵਾਸਾਂ ਵਿੱਚੋਂ ਨਿਕਲਣਗੇ ਔਰ ਧਰਮ ਦੀਆਂ ਸੰਕੀਰਣਤਾਵਾਂ ਚੋਂ ਨਿਕਲ ਕੇ ਇੱਕ ਵਧੀਆ ਸਮਾਜ ਜਿਹੜਾ ਉਸਾਰਨ ਦੇ ਲਈ ਯਤਨਸ਼ੀਲ ਹੋਣਗੇ। ਤੁਹਾਨੂੰ ਲੱਗਦਾ ਕਿ ਜਿਹੜਾ ਧਰਮ ਦਾ ਟੂਲ ਆ ਇੱਕ ਦਿਨ ਘਸਦਾ ਟੁੱਟ ਵੀ ਸਕਦਾ? ਬਿਲਕੁਲ। ਵੇਖੋ, ਬਹੁਤ ਸਾਰੀਆਂ ਨਵੀਆਂ ਮੂਵਮੈਂਟਸ ਚੱਲੀਆਂ ਹੋਈਆਂ ਨੇ ਜਿਨ੍ਹਾਂ ਦਾ ਜ਼ਿਕਰ ਅਸੀਂ ਕਿਸੇ ਟਾਈਮ ਤੇ ਕਰ ਸਕਦੇ ਹਾਂ। ਉਹ ਸੋ ਕਾਲਡ ਹੈਗੀਆਂ, ਵੇਖਣ ਨੂੰ ਉਹਨਾਂ ਦਾ ਚਿਹਰਾ ਮੋਹਰਾ ਧਾਰਮਿਕ ਹੈ, ਪਰੰਤੂ ਅਸਲ ਵਿੱਚ ਉਹ ਲਿਬਰਲਿਜ਼ਮ ਵਾਲੇ ਪਾਸੇ ਹੀ ਜਿਹੜਾ ਉਹ ਸੁਸਾਇਟੀ ਨੂੰ ਲੈ ਕੇ ਜਾਣਗੀਆਂ, ਮੇਰਾ ਐਸਾ ਵਿਸ਼ਵਾਸ ਹੈ। ਮੈਂ ਹਿੰਟ ਦੇ ਤੌਰ ਤੇ ਕਹਿ ਦਿੰਦਾ, ਜਿਵੇਂ ਓਸ਼ੋ ਦੀ ਮੂਵਮੈਂਟ ਸੀ, ਤਾਂ ਓਸ਼ੋ ਨੇ ਬਹੁਤ ਸਾਰਾ ਸਾਡੇ ਦਿਮਾਗਾਂ ਨੂੰ ਜਿਹੜਾ ਨਾ ਉਹ ਮਾਂਜਿਆ। ਇਸੇ ਤਰੀਕੇ ਨਾਲ ਕੁਝ ਹੋਰ ਲੋਕ ਨੇ ਜਿਹੜੇ ਆਪਣੀ ਆਪਣੀ ਥਾਂ ਤੇ, ਚਾਹੇ ਉਹ ਪੂਰੀ ਤਰ੍ਹਾਂ ਧਰਮ ਤੋਂ ਮੁਨਕਰ ਨਹੀਂ ਹੋਏ, ਪਰੰਤੂ ਉਹਨਾਂ ਨੇ ਆਪਣੀ ਆਪਣੀ ਥਾਂ ਤੇ ਬਹੁਤ ਅੱਛਾ ਰੋਲ ਨਿਭਾਇਆ। ਔਰ ਇਹ ਕਿਉਂਕਿ ਵਿਕਾਸ ਹੁੰਦਾ, ਹਰ ਚੀਜ਼ ਜਿਹੜੀ ਹੈ ਰਾਤੋਂ ਰਾਤ ਨਹੀਂ ਹੋ ਸਕਦੀ। ਜੇ ਧਰਮ ਜਿਹੜਾ ਲੱਖਾਂ ਸਾਲਾਂ ਤੋਂ ਦੁਨੀਆ ਦੇ ਉੱਤੇ ਹੈ, ਤੇ ਲੱਖਾਂ ਸਾਲ ਹੀ ਜਿਹੜਾ ਇਹਨੂੰ ਬਦਲਣ ਦੇ ਵਿੱਚ ਜਿਹੜਾ ਉਹ ਲੱਗਣਗੇ, ਇਹਦੇ 'ਚ ਕੋਈ ਸ਼ੱਕ ਨਹੀਂ। ਪਰੰਤੂ ਅਸੀਂ ਜਿਵੇਂ ਨਾਂ ਲਿਆ ਚਾਰ ਵਾਕ ਦਾ ਜੀ ਜਾਂ ਐਪੀਕਿਊਰਸ ਦਾ, ਇਸੇ ਤਰੀਕੇ ਨਾਲ ਹੋਰ ਬਹੁਤ ਮਹਾਂਪੁਰਸ਼ ਨੇ ਜਿਹੜੇ ਸਦੀਆਂ ਤੋਂ ਇਹ ਸਟਰਗਲ ਕਰਦੇ ਆਏ ਨੇ ਅੰਧ ਵਿਸ਼ਵਾਸਾਂ ਦੇ ਖਿਲਾਫ, ਧਰਮ ਦੀਆਂ ਸੰਕੀਰਣਤਾਵਾਂ ਜਿਹੜੀਆਂ ਨੇ ਉਹਨਾਂ ਤੋਂ ਆਜ਼ਾਦ ਹੋਣ ਲਈ ਉਹਨਾਂ ਨੇ
ਪ੍ਰੇਰਨਾ ਵੀ ਦਿੱਤੀ ਹੈ ਔਰ ਸਫਲ ਵੀ ਹੋਏ ਨੇ। ਔਰ ਇਸੇ ਤਰੀਕੇ ਨਾਲ ਇਹ ਸਫ਼ਰ ਜਿਹੜਾ ਜਾਰੀ ਰਹੇਗਾ। ਹਨੇਰੇ ਦਾ ਤੇ ਚਾਨਣ ਦਾ ਸਫ਼ਰ ਹੈ। ਇਹ ਕਦੀ ਚਾਨਣ ਤੇ ਕਦੀ ਹਨੇਰਾ ਅੱਗੇ ਰਹਿਣਗੇ। ਤੇ ਕੋਈ ਗੱਲ ਨਹੀਂ, ਜਿਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਜਿਹੜੇ ਲੋਕ ਸਮਝਣਗੇ ਉਹ ਇਸ ਪਾਸੇ ਆ ਜਾਣਗੇ। ਜਿਨ੍ਹਾਂ ਨੇ ਉਸ ਵਹਾਅ ਦੇ ਵਿੱਚ ਜਾਣਾ ਉਹਨਾਂ ਨੇ ਉਸ ਵਹਾਅ ਦੇ ਵਿੱਚ ਤੁਰੇ ਰਹਿਣਾ। ਜੀ ਡਾਕਟਰ ਗੁਰਸ਼ਰਨ ਜੀ ਸ਼ੁਰੂ ਦੇ ਵਿੱਚ ਖੁਸ਼ੀ ਰਾਮ ਜੀ ਦੀ ਕਿਤਾਬ ਦੇ ਵਿੱਚੋਂ ਮੈਂ ਕੁਝ ਜ਼ਿਕਰ ਕੀਤਾ ਸੀ। ਮੈਨੂੰ ਲੱਗਦਾ ਕਨਕਲੂਡ ਵੀ ਇੱਥੇ ਹੀ ਕਰਨਾ ਪਏਗਾ। ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ, ਕਹਿੰਦੇ ਉਹ ਖਾਸ ਕਰਕੇ ਕੁਝ ਸ਼ਖਸੀਅਤਾਂ ਦਾ ਜ਼ਿਕਰ ਕਰ ਰਹੇ ਆ। ਤੁਸੀਂ ਚਾਰਵਾਕ ਦੀ ਗੱਲ ਕੀਤੀ ਆ। ਕਹਿੰਦੇ ਉਹ ਲਿਖ ਰਹੇ ਆ, ਕੋਪਰਨਿਕਸ, ਡਾਰਵਿਨ, ਫਰਾਇਡ ਤੇ ਕਾਰਲ ਮਾਰਕਸ ਨੂੰ ਯਾਦ ਕਰਦੇ ਹੋਏ ਕੁਝ ਉਹਨਾਂ ਨੇ ਇਸ ਤਰੀਕੇ ਨਾਲ ਇਸ਼ਾਰਾ ਕੀਤਾ, ਜ਼ਿਕਰ ਕੀਤਾ। ਉਹਨਾਂ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ, ਧੰਨ ਹਨ ਉਹ ਪ੍ਰਾਣੀ, ਤੀਖਣ, ਉਦਮੀ, ਨਿਡਰ ਅਤੇ ਸਿਰੜੀ, ਜਿਨ੍ਹਾਂ ਕੱਢਿਆ ਡਰ, ਵਹਿਮ ਤੇ ਉਲਝਣਾਂ ਨੂੰ ਆਪਣੇ ਦਿਲਾਂ ਦੀਆਂ ਡੂੰਘਾਈਆਂ ਚੋਂ, ਜਿਨੀ ਕੀਤਾ ਆਪਣੀ ਸੋਚ ਤੇ ਭਰੋਸਾ ਤੇ ਦਿੱਤਾ ਲੋਕਾਂ ਨੂੰ ਨਿਆਰਾ ਹੋਕਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਤੁਹਾਡਾ ਸਾਰਿਆਂ ਦਾ, ਔਰ ਨਵਜੋਤ ਜੀ ਖਾਸ ਕਰਕੇ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ, ਕੁਝ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਥੈਂਕ ਯੂ ਵੈਰੀ ਮਚ। ਸ਼ੁਕਰੀਆ।